ਕਹਿੰਦਾ ਆ ਸਿਖਾਉਣ ਦੇ ਲਈ ਉਹ ਤੁਹਾਨੂੰ ਸਿਖਾ ਰਿਹਾ। ਜ਼ਿਆਦਾ ਮਿੱਠਾ ਖਾਣ ਦੇ ਨਾਲ ਸ਼ੂਗਰ ਵੀ ਹੋ ਜਾਂਦੀ ਹੈ ਅੱਜ ਤੇ ਨਿੰਮ ਘੁੱਟ ਕੇ ਜਿਹਨੇ ਪੀ ਲਿਆ ਤਾਂ ਬੁਖਾਰ ਵੀ ਨਹੀਂ ਹੁੰਦਾ, ਫਿਰ ਪਿੰਪਲ ਵੀ ਨਹੀਂ ਹੁੰਦੇ। ਮੇਰੀਆਂ ਗੱਲਾਂ ਜਿਹੜੀਆਂ ਸਿੱਧੀਆਂ ਸਪਸ਼ਟ ਹੁੰਦੀਆਂ ਆ। ਬੱਚੇ ਦੇ ਵੱਲ ਅਗਰ ਧਿਆਨ ਨਹੀਂ ਦੇਵਾਂਗੇ ਤੇ ਪਛਤਾਣਾ ਤੁਹਾਨੂੰ ਹੀ ਪੈਣਾ। ਅੱਜ ਤੁਸੀਂ ਬੱਚੇ ਦੇ ਵੱਲ ਧਿਆਨ ਨਹੀਂ ਦੋਗੇ ਤੇ ਬੱਚਾ ਜਦੋਂ ਵੱਡਾ ਹੋਊਗਾ ਤੁਹਾਡੇ ਵੱਲ ਵੀ ਨਹੀਂ ਧਿਆਨ ਦੇਗਾ, ਫਿਰ ਅਨਾਥ ਆਸ਼ਰਮ ਹੈ। ਜੇ ਤੁਸੀਂ ਚਾਹੁੰਦੇ ਆ ਵੱਡੇ ਬੱਚੇ ਵੱਡੇ ਹੋ ਕੇ ਤੁਹਾਡੇ ਵੱਲ ਧਿਆਨ ਦੇਣ, ਤੁਹਾਡੀ ਕੇਅਰ ਕਰਨ, ਆਪਣੇ ਮਾਤਾ ਪਿਤਾ ਦਾ ਆਦਰ ਕਰਨ, ਇਹ ਕਿਹਨੇ ਸਿਖਾਉਣਾ ਆ? ਤੁਸੀਂ ਸਿਖਾਉਣਾ ਆ ਕਿ ਬਾਈਬਲ ਵਿੱਚ ਕੀ ਲਿਖਿਆ ਹੈ ਬੱਚੇ ਦੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ। ਇਹ ਪਾਸਟਰ ਦੀ ਜ਼ਿੰਮੇਵਾਰੀ ਨਹੀਂ ਹੈ। ਪਾਸਟਰ ਨੇ ਹਰ ਸੰਡੇ ਮੀਟਿੰਗ ਦੇ ਵਿੱਚ ਕਲਾਮ ਦੇਣਾ ਹੈ, ਵਚਨ ਸੁਣਾ ਦੇਣਾ ਹੈ, ਔਰ ਮਾਂ-ਬਾਪ ਆਪਣੇ ਬੱਚਿਆਂ ਦੇ ਪ੍ਰਤੀ ਕੀ ਜ਼ਿੰਮੇਵਾਰੀ ਨਿਭਾ ਰਹੇ ਹਨ। ਬੱਚਾ ਕਹਿੰਦਾ ਜੋ ਮੇਰਾ ਪ੍ਰਾਰਥਨਾ ਕਰਨ ਨੂੰ ਦਿਲ ਨਹੀਂ ਕਰਦਾ, ਉੱਥੇ ਮਾਂ-ਬਾਪ ਦੀ ਜ਼ਿੰਮੇਵਾਰੀ ਕੀ ਹੈ? ਬੱਚੇ ਨੂੰ ਡਾਂਟਣਾ ਹੈ। ਜਦੋਂ ਬੱਚਾ ਅਣਗਹਿਲੀ ਕਰਦਾ, ਟੀਵੀ ਦੇਖਣ ਲੱਗੇ ਬੱਚਾ ਕਿਉਂ ਨਹੀਂ ਕਹਿੰਦਾ? ਮੋਬਾਈਲ ਯੂਜ਼ ਕਰਨ ਲੱਗੇ ਕਿਉਂ ਨਹੀਂ ਕਹਿੰਦਾ? ਜਦੋਂ ਬੱਚਾ ਜ਼ਿਆਦਾ ਮੋਬਾਈਲ ਯੂਜ਼ ਕਰ ਰਿਹਾ ਜਾਂ ਟੀਵੀ ਯੂਜ਼ ਕਰ ਰਿਹਾ ਹੈ ਜ਼ਿਆਦਾ, ਉਦੋਂ ਸਾਡਾ ਧਿਆਨ ਕਿੱਥੇ ਹੈ? ਅਗਰ ਉਹ ਟੀਵੀ ਜਾਂ ਮੋਬਾਈਲ ਬਿਨਾਂ ਪੁੱਛੇ ਯੂਜ਼ ਕਰ ਰਿਹਾ ਹੈ ਤਾਂ ਫਿਰ ਬਾਈਬਲ ਬਿਨਾਂ ਪੁੱਛੇ ਕਿਉਂ ਨਹੀਂ ਪੜ੍ਹਦਾ? ਪ੍ਰਾਰਥਨਾ ਬਿਨਾਂ ਪੁੱਛੇ ਕਿਉਂ ਨਹੀਂ ਕਰਦਾ? ਕਿਉਂ ਤੁਹਾਨੂੰ ਜ਼ੋਰ ਲਗਾਉਣਾ ਪੈ ਰਿਹਾ ਹੈ? ਕਿਉਂਕਿ ਤੁਸੀਂ ਨੀਂਹ ਜਿਹੜੀ ਬੱਚੇ ਦੀ ਸਹੀ ਨਹੀਂ ਰੱਖੀ। ਅਗਰ ਨੀਂਹ ਮਜ਼ਬੂਤ ਹੋਏਗੀ, ਸਹੀ ਰੀਤੀ ਦੇ ਨਾਲ ਤੁਸੀਂ ਨੀਂਹ ਰੱਖੀ ਹੋਏਗੀ ਧਾਰਮਿਕਤਾ ਨੂੰ ਲੈ ਕੇ, ਤੇ ਬੱਚਾ ਫਿਰ ਅੱਗੇ ਧਾਰਮਿਕਤਾ ਦੇ ਵਿੱਚ ਵੱਧਦਾ ਹੈ। ਬੱਚਾ ਜਦੋਂ ਬੋਲਣਾ ਸਿੱਖਦਾ ਹੈ, ਕਈ ਕਹਿੰਦੇ ਆ ਦੇਖੋ 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 ਕਿੰਨਾ ਗਾਲ ਕੱਢਦਾ, ਬੜੀ ਸੋਹਣੀ ਕਰਦਾ ਆ। ਬੱਚੇ ਕੱਢ ਕੇ ਦਿਖਾ ਹਾਂ ਇਹ ਕੀ ਸਿੱਖਿਆ ਆਪਾਂ ਦੇ ਰਹੇ ਹਾਂ ਬੱਚੇ ਨੂੰ? ਕੀ ਮੈਂ ਸੱਚ ਬੋਲਣਾ? ਕਿਉਂਕਿ ਇਹ ਮੈਂ ਦੇਖਿਆ ਗੱਲ ਤਾਂ ਤੁਹਾਨੂੰ ਦੱਸਦਾ। ਦੇਖੋ ਦੇਖੋ ਜੀ ਬਹੁਤ ਸੋਹਣੀ ਗੱਲ ਕਰਦੇ ਹਾਂ, ਬਹੁਤ ਸੋਹਣਾ ਬੋਲਦਾ। ਮਾਂ-ਬਾਪ ਦੇ ਉੱਪਰ ਡਿਪੈਂਡ ਹੈ। ਅੱਜ ਉਹਦਾ ਗੱਲ ਕਰਦਾ, ਕੱਲ ਤੁਹਾਨੂੰ ਵੀ ਕਰੇਗਾ। ਜੇ ਬੱਚੇ ਨੂੰ ਬਚਪਨ ਦੇ ਵਿੱਚ ਡਾਂਟਣ ਦੀ ਆਦਤ ਪਾਈ ਹੋਏਗੀ ਨਾ, ਜਦੋਂ ਵੱਡਾ ਹੋਏਗਾ ਤੁਸੀਂ ਡਾਂਟੋਗੇ ਉਹਨੂੰ ਬੁਰਾ ਨਹੀਂ ਲੱਗੇਗਾ, ਕਿਉਂਕਿ ਇਹ ਉਹਦੀ ਆਦਤ ਬਣ ਜਾਣੀ ਹੈ। ਅੱਜ ਕੱਲ ਕੀ ਟ੍ਰੈਂਡ ਚੱਲਦਾ ਪਿਆ ਆ, ਬੱਚੇ ਨੂੰ ਬਚਪਨ ਤੋਂ ਡਾਂਟਦੇ ਨੇ, ਲਾਡ ਪਿਆਰ ਨਾਲ ਵੱਡਾ ਕਰ ਲੈਂਦੇ ਆ, ਔਰ ਜਦੋਂ ਵੱਡਾ ਹੋ ਕੇ ਗਲਤੀ ਕਰਦਾ ਉਹ ਡਾਂਟਦੇ ਆ, ਉਹ ਘਰ ਛੱਡ ਕੇ ਚਲਾ ਜਾਂਦਾ। ਜਦ ਧਮਕੀ ਦਿੰਦਾ ਹੈ ਘਰ ਛੱਡ ਕੇ ਚਲਾ ਜਾਂਦਾ, ਔਰ ਮਾਂ-ਬਾਪ ਵੀ ਡਾਂਟਦੇ ਨੇ, ਉਹ ਡਾਂਟਦੇ ਨਹੀਂ, ਉਹ ਵਿਗੜਦਾ ਫਿਰ ਹੱਥੋਂ ਨਿਕਲ ਜਾਂਦਾ। ਕੀ ਮੈਂ ਸੱਚ ਬੋਲ? ਕਿਉਂਕਿ ਨੀਂਹ ਸਹੀ ਨਹੀਂ ਰੱਖੀ। ਮਾਂ-ਬਾਪ ਨੂੰ ਹੁਣ ਦਾ ਫਰਜ਼ ਨਹੀਂ ਨਿਭਾਇਆ। ਬੱਚੇ ਨੂੰ ਪੈਦਾ ਕਰ ਲਿਆ, ਵੱਡਾ ਹੋ ਰਿਹਾ ਆ, ਖਾ ਪੀ ਰਿਹਾ ਆ, ਬਸ ਠੀਕ ਹੈ। ਇਹ ਕਾਫੀ ਨਹੀਂ ਆ। ਰੱਬ ਨੂੰ ਕੀ ਮੂੰਹ ਦਿਖਾਉਂਗੇ? ਕਹਿੰਦਾ ਬਾਲਕ ਨੂੰ ਉਹਦਾ ਠੀਕ ਤਰ੍ਹਾਂ ਸਿੱਖ ਲਾ, ਔਰ ਠੀਕ ਤਰ੍ਹਾਂ ਕਿੱਧਰ ਨੂੰ ਜਾਂਦਾ ਹੈ? ਤੁਸੀਂ ਪੈਰਵਾਈ ਨਹੀਂ ਕਰ ਸਕਦੇ ਬੱਚਿਆਂ ਦੀ। ਅੱਜ ਜ਼ਮਾਨਾ ਜਿਹੜਾ ਬਹੁਤ ਚੁਸਤ ਆ, ਅੱਜ ਕੱਲ ਮੋਬਾਈਲ ਦੇ ਵਿੱਚ ਵੀ ਬਾਈਬਲ ਹੈਗਾ ਆ, ਬਸ ਇਹਦੇ ਗੇਮ ਹੁੰਦੇ ਆ ਤਾਂ ਮੰਮੀ ਪੁੱਛ ਕੇ ਕਿਤੇ ਬਾਈਬਲ ਪੜ੍ਹ ਰਹੇ ਆ, ਬਾਈਬਲ ਪੜ੍ਹ ਰਹੇ ਆ। ਬੜਾ ਚਲਾਕ ਜ਼ਮਾਨਾ, ਬੱਚੇ ਬਹੁਤ ਚੁਸਤ ਆ, ਤੇ ਮਾਂ-ਬਾਪ ਨੂੰ ਵੀ ਫਿਰ ਜ਼ਿਆਦਾ ਚੁਸਤ ਹੋਣਾ ਪੈਣਾ। ਜੇ ਸ਼ੈਤਾਨ ਚਲਾ ਕੇ ਨਾ ਫਿਰ ਸਾਨੂੰ ਉਸ ਤੋਂ ਜ਼ਿਆਦਾ ਚਲਾਉਣਾ ਪੈਣਾ ਆਪਣੀ ਧਾਰਮਿਕਤਾ। ਉਹਨੇ ਗੁੰਮਰਾਹ ਕੀਤਾ ਹੋਇਆ ਹੈ ਲੋਕਾਂ ਨੂੰ। ਪਾਪ ਇਹਨਾਂ ਵੱਧ ਗਿਆ ਹੈ। ਬਾਈਬਲ ਕਹਿੰਦਾ ਜਦੋਂ ਯਿਸੂ ਮਸੀਹ ਦਾ ਆਉਣਾ ਹੋਣਾ ਹੈ ਨਾ ਬਦਲਾਂ ਦੇ ਉੱਪਰ, ਆਪਣੇ ਧਾਰਮਿਕ ਲੋਕਾਂ ਨੂੰ ਲੈਣ ਦੇ ਲਈ, ਉਦੋਂ ਕਹਿੰਦੇ ਪਾਪ ਵੀ ਬਹੁਤ ਵੱਧ ਜਾਣਾ। ਔਰ ਜ਼ਿਆਦਾ ਪਾਪ ਵਧਣ ਦੇ ਕਾਰਨ ਕੀ ਹੋਣਾ ਆ? ਬਹੁਤਿਆਂ ਦਾ ਵਿਸ਼ਵਾਸ ਜਿਹੜਾ ਆ ਧਾਰਮਿਕਤਾ ਦੇ ਵੱਲੋਂ ਕਮਜ਼ੋਰ ਪੈ ਜਾਣਾ, ਘੱਟ ਜਾਣਾ ਆ। ਅੱਜ ਤੁਸੀਂ ਦੇਖੋ, ਤੁਸੀਂ ਅਗਰ ਕੋਈ ਹੋਰ ਪ੍ਰੋਗਰਾਮ ਰੱਖਦੇ ਹੋ ਤਾਂ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਆ। ਜਦੋਂ ਪ੍ਰੇਮ ਮੀਟਿੰਗ ਦਾ ਟਾਈਮ ਹੁੰਦਾ ਜਾਂ ਰੱਬ ਦੇ ਨਾਲ ਲਗਨ ਲਗਾਉਣ ਦਾ ਵੇਲਾ ਹੁੰਦਾ ਆ, ਉਦੋਂ ਇਨਸਾਨ ਦੇ ਕੋਲੋਂ ਬੈਠ ਨਹੀਂ ਹੁੰਦਾ ਰੱਬ ਦੇ ਘਰ ਦੇ ਵਿੱਚ, ਰੱਬ ਦੀ ਹਜ਼ੂਰੀ ਦੇ ਵਿੱਚ। ਇਹ ਸਿੱਖਣ ਦੇ ਉੱਪਰ ਡਿਪੈਂਡ ਕਰਦਾ, ਇਹ ਨੀਂਹ ਦੇ ਉੱਪਰ ਡਿਪੈਂਡ ਕਰਦਾ ਕਿ ਨੀਂਹ ਕਿੱਦਾਂ ਰੱਖਣੀ। ਕਹਿੰਦਾ ਬਾਲਕ ਨੂੰ ਤਾਂ ਠੀਕ ਤਰ੍ਹਾਂ ਸਿਖਾ ਤਾਂ ਜੋ ਵੱਡਾ ਵੀ ਹੋਏਗਾ ਤੇ ਵਿਗੜੇਗਾ ਨਹੀਂ, ਉਹਦੇ ਰਾਹ ਉਲਟੇ ਨਹੀਂ ਹੋਣਗੇ, ਉਹ ਸਿੱਧੇ ਰਾਹਾਂ ਦੇ ਉੱਪਰ ਚੱਲਦਾ ਜਾਏਗਾ ਜੋ ਤੁਸੀਂ ਉਹਨੂੰ ਦਿਖਾਇਆ। ਘੋੜੇ ਦੇ ਦੇਖਿਆ ਨਾ, ਕਿਹਨੇ ਦੇਖਿਆ? ਘੋੜੇ ਦੇ ਲੱਤਾਂ ਤੇ ਲੱਗਾ ਹੁੰਦਾ, ਕਾਹਦੇ ਲਈ ਲੱਗਾ ਹੁੰਦਾ? ਉਹ ਸਿਰ ਦੱਸਣ ਦੇ ਜ਼ਮਾਨਾ ਇਦਾਂ ਆ ਗਿਆ, ਹੁਣ ਬੱਚਿਆਂ ਦੇ ਲਾਉਣਾ ਪੈਣਾ ਹੈ। ਇਹ ਉਹਦੇ ਪਿਤਾ ਨਾਮ ਲਿਖਾਇਆ ਆ ਧਾਰਮਿਕਤਾ ਦਾ ਵੱਲ,
ਉਹ ਸਿੱਧੇ ਚੱਲਦਾ ਜਾਵੇ, ਉਹ ਸੱਜੇ ਖੱਬੇ ਨਾ ਮੁੜੇ। ਪਰ ਅਸੀਂ ਇਸ ਗੱਲ ਦੇ ਉੱਪਰ ਧਿਆਨ ਨਹੀਂ ਦੇ ਰਹੇ। ਬੱਚਾ ਰਾਤ ਨੂੰ ਕੀ ਕਰ ਰਿਹਾ, ਮੋਬਾਈਲ ਤੇ, ਬੱਚਾ ਦਿਨ ਨੂੰ ਕੀ ਕਰ ਰਿਹਾ, ਕਿੱਥੇ ਗਿਆ ਆ, ਇਹ ਸਾਨੂੰ ਪੈਰਵਾਈ ਕਰਨ ਦੀ ਜ਼ਰੂਰਤ ਹੈਗੀ ਆ। ਜੋ ਅੱਜ ਸਿਸਟਮ ਚੱਲਦਾ ਪਿਆ, ਜੋ ਟੈਕਨੋਲੋਜੀ ਚੱਲਦੀ ਪਈ ਹੈ, ਪਾਪ ਬਹੁਤ ਵੱਧ ਗਿਆ ਹੈ। ਤੁਸੀਂ ਪਵਿੱਤਰ ਲਾਈਨ ਨੂੰ ਰੱਬ ਦੀ ਕਿਰਪਾ ਤੋਂ ਬਿਨਾਂ ਫੜ ਨਹੀਂ ਸਕਦੇ। ਜ਼ਿਆਦਾ ਲੌਂਗ ਟਾਈਮ ਤੁਸੀਂ ਪਵਿੱਤਰ ਲਾਈਨ ਦੇ ਵਿੱਚ ਬਣੇ ਨਹੀਂ ਰਹਿ ਸਕਦੇ, ਕਿਉਂਕਿ ਪਵਿੱਤਰ ਬਾਈਬਲ ਕਹਿੰਦਾ ਜਿੱਦਾਂ ਉਹ ਪਵਿੱਤਰ ਆ, ਸਾਡਾ ਪਰਮੇਸ਼ਵਰ, ਤੁਹਾਡਾ ਪਰਮੇਸ਼ਵਰ ਜਿਹਨੇ ਤੁਹਾਨੂੰ ਤੇ ਮੈਨੂੰ ਧਰਤੀ ਦੇ ਉੱਪਰ ਭੇਜਿਆ ਔਰ ਸਾਹ ਬਖਸ਼ਿਆ, ਕਹਿੰਦੇ ਜਦੋਂ ਉਹ ਪਵਿੱਤਰ ਆ ਤੁਸੀਂ ਵੀ ਪਵਿੱਤਰ ਬਣੋ। ਕਿੱਦਾਂ ਬਣਾਂਗੇ? ਜਦੋਂ ਇਹਦੇ ਅਨੁਸਾਰ ਚੱਲਣਾ ਸਿੱਖਾਂਗੇ, ਜਦੋਂ ਇਹਨੂੰ ਪੜ੍ਹ ਕੇ ਉਹਨੂੰ ਆਪਣੇ ਅੰਦਰ ਲੈਣਾ ਸਿੱਖਾਂਗੇ, ਕਿਉਂਕਿ ਜਦੋਂ ਇਹਨੇ ਅੰਦਰ ਜਾਣਾ ਨਾ ਫਿਰ ਜ਼ਿੰਦਗੀ ਬਾਹਰ ਆਉਣੀ ਹੈ। ਪਵਿੱਤਰ ਬਾਈਬਲ ਕਹਿੰਦਾ ਧਰਤੀ ਤੇ ਕੋਈ ਵੀ ਬੰਦਾ ਧਰਮੀ ਨਹੀਂ ਆ, ਪਰ ਜਦੋਂ ਇਹ ਸਾਡੇ ਅੰਦਰ ਜਾਂਦਾ, ਜਿਹਦੇ ਅਨੁਸਾਰ ਅਸੀਂ ਚੱਲਦੇ ਆ, ਫਿਰ ਇਹ ਸਾਨੂੰ ਧਰਮੀ ਬਣਾਉਂਦਾ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਬਾਲਕ ਨੂੰ ਉਹਦਾ ਠੀਕ ਰਾਹ ਸਿਖਾ। ਔਰ ਦੂਸਰਾ ਮੈਂ ਰੈਫਰੈਂਸ ਤੁਹਾਨੂੰ ਦੇਣਾ, ਜਦੋਂ ਮਹਾਤਮਾ ਦਾ ਪੁਸਤਕ ਉਹਦਾ 9 ਨੰਬਰ ਅਸੀਂ ਪੜ੍ਹਦੇ ਹਾਂ, ਉਹਦਾ 9 ਨੰਬਰ ਅਧਿਆਇ ਉਹਦਾ 11 ਨੰਬਰ। ਹਾਂਜੀ, ਜਦੋਂ ਉਹਨੂੰ ਉਹਦਾ ਠੀਕ ਰਾਹ ਸਿਖਲਾ ਦਿੱਤਾ ਬਾਲਕ, ਫਿਰ ਉਹਦਾ ਰਿਜ਼ਲਟ ਕੀ ਮਿਲੇਗਾ? ਬੱਚੇ ਦੀ ਜ਼ਿੰਦਗੀ ਦੇ ਪ੍ਰਤੀ ਔਰ ਮਾਂ-ਬਾਪ ਦੀ ਜ਼ਿੰਦਗੀ ਦੇ ਪ੍ਰਤੀ ਅਸੀਂ ਹਰ ਕੋਈ ਚਾਹੁੰਦੇ ਹਾਂ ਕਿ ਸਾਡਾ ਬੱਚਾ ਲੰਬੀ ਉਮਰ ਲਵੇ। ਔਰ ਲੰਬੀ ਉਮਰ ਕਿੱਦਾਂ ਆਉਣੀ ਆ? ਬਾਈਬਲ ਕੀ ਕਹਿੰਦਾ ਆ ਬੱਚੇ ਦੇ ਪ੍ਰਤੀ ਕਿ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ ਤਾਂ ਜੋ ਧਰਤੀ ਦੇ ਉੱਪਰ ਤੇਰੇ ਦਿਨ ਲੰਬੇ ਹੋਣ। ਹਾਲੇਲੂਇਆ। ਅੱਜ ਉਮਰ ਕਿੰਨੀ ਰਹਿ ਗਈ ਆ? ਕਿਉਂਕਿ ਆਗਿਆਕਾਰੀ ਨਹੀਂ। ਮਾਂ-ਬਾਪ ਦੇ ਪ੍ਰਤੀ, ਰੱਬ ਦੇ ਪ੍ਰਤੀ, ਧਾਰਮਿਕਤਾ ਦੇ ਪ੍ਰਤੀ ਆਗਿਆਕਾਰੀ ਖਤਮ ਹੋ ਚੁੱਕੀ ਆ, ਬਹੁਤ ਘਟ ਗਈ ਆ। ਇਸ ਲਈ ਉਮਰ ਵੀ ਘਟ ਗਈ ਆ। ਪਾਪ ਬਹੁਤ ਜ਼ਿਆਦਾ ਵੱਧ ਗਿਆ ਆ, ਇਸ ਲਈ ਇਨਸਾਨ ਦੀ ਉਮਰ ਘਟ ਗਈ ਆ। ਪਹਿਲਾਂ ਜਦੋਂ ਦੁਨੀਆ ਦੀ ਨੀਂਹ ਰੱਖ ਹੋਈ ਆ, ਜਦੋਂ ਦੁਨੀਆ ਦੇ ਉੱਪਰ ਇਨਸਾਨ ਦਾ ਜਨਮ ਹੋਇਆ ਆ, ਉਦੋਂ 900 ਸਾਲ ਉਮਰ ਹੁੰਦੀ ਸੀ ਇਨਸਾਨ। 800 ਸਾਲ, 900 ਸਾਲ, 700 ਸਾਲ। ਜਿੱਦਾਂ ਜਿੱਦਾਂ ਪਾਪ ਵੱਧਦਾ ਗਿਆ, ਇਨਸਾਨ ਚਲਾਕ ਹੁੰਦਾ ਗਿਆ, ਲਾਲਚੀ ਬਣਦਾ ਗਿਆ, ਉਦਾਂ ਉਦਾਂ ਉਮਰ ਘਟਦੀ ਗਈ। ਜਿੱਦਾਂ ਜਿੱਦਾਂ ਪਾਪ ਉਹਦੇ ਜੀਵਨ ਦੇ ਵਿੱਚ ਵੱਧਦਾ ਗਿਆ, ਰਾਜ ਕਰਦਾ ਗਿਆ, ਉਦਾਂ ਉਦਾਂ ਇਨਸਾਨ ਦੀ ਉਮਰ ਘਟਦੀ ਅੱਜ ਕਿੰਨੀ ਰਹਿ ਗਈ ਹੈ? ਦੇਖੋ 50, 55 ਔਰ 60। ਇਹ ਤੋਂ ਜਿਹੜੀ ਵੱਧਦੀ ਉਮਰ ਆ ਉਹ ਮੰਜੇ ਤੇ ਆ। ਕੋਈ ਹੋਏਗਾ ਜਿਹੜਾ 80, 90 ਦੇ ਤੁਰਦਾ ਹੋਵੇ। ਪਹਿਲਾਂ ਪਾਪ ਨਹੀਂ ਸੀਗਾ ਇਨਸਾਨ ਦੇ ਜੀਵਨ ਦੇ ਵਿੱਚ, ਔਰ ਉਹਦੀ ਉਮਰ ਬਹੁਤ ਲੰਬੀ ਸੀ। ਔਰ ਬੱਚੇ ਦੇ ਪ੍ਰਤੀ ਉਹਦੀ ਜ਼ਿੰਮੇਵਾਰੀ ਕੀ ਆ? ਬੱਚੇ ਦੀ ਜ਼ਿੰਦਗੀ ਦੇ ਵਿੱਚ ਮਾਂ-ਬਾਪ ਦੇ ਪ੍ਰਤੀ ਜ਼ਿੰਮੇਵਾਰੀ ਕਿ ਤੂੰ ਆਪਣੇ ਮਾਂ-ਬਾਪ ਦਾ ਆਦਰ ਕਰ ਤਾਂ ਜੋ ਧਰਤੀ ਦੇ ਉੱਪਰ ਤੇਰੇ ਦਿਨ ਲੰਬੇ ਹੋਣ, ਤੇਰੀ ਉਮਰ ਲੰਬੀ ਹੋਵੇ ਔਰ ਉਹ ਨਰੋਇਆ ਰਹੇਗਾ। ਬਾਈਬਲ ਕਹਿੰਦਾ ਸੁੱਖ ਸਾਂਝ ਦੇ ਨਾਲ ਬਚੇਗਾ ਔਰ ਉਹ ਨਰੋਇਆ ਰਹੇਗਾ, ਮਤਲਬ ਬਿਮਾਰੀ ਤੋਂ ਆਜ਼ਾਦ ਰਹੇਗਾ, ਦੂਰ ਰਹੇਗੀ ਬਿਮਾਰੀ ਉਹਦੇ ਕੋਲ। ਅੱਜ ਤੁਹਾਡੇ ਬੱਚਿਆਂ ਨੂੰ ਵੀ ਸ਼ੁਕਰ ਹੈ, ਇਹ ਅਨਾਗਿਆਕਾਰੀ ਦੇ ਕਾਰਨ। ਕਹਿੰਦਾ ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ, ਵੱਡਾ ਹੋ ਕੇ ਵੀ ਉਹ ਸੱਜੇ ਖੱਬੇ ਨਹੀਂ ਮੁੜੇਗਾ, ਉਸੀ ਰਾਹ ਦੇ ਉੱਪਰ ਚੱਲਦਾ ਜਾਏਗਾ। ਅੱਜ ਤੁਸੀਂ ਦੇਖੋ ਆਪਣੇ ਬੱਚਿਆਂ ਦੇ ਵੱਲ ਧਿਆਨ ਦਿਓ ਕਿ ਸਾਡੇ ਬੱਚੇ ਨਸ਼ੇ ਤਾਂ ਨਹੀਂ ਕਰ ਰਹੇ। ਸ਼ਾਇਦ ਤੁਹਾਡੀ ਨਜ਼ਰਾਂ ਦੇ ਵਿੱਚ ਹੋਏਗਾ ਕਿ ਉਹ ਅਗਰ ਚਿੱਟਾ ਲਾਉਂਦਾ ਉਹ ਵੀ ਨਸ਼ਾ ਆ, ਉਹ ਵੀ ਪਾਪ ਆ, ਪਰ ਜੋ ਬੀੜੀ ਪੀ ਰਿਹਾ, ਜੋ ਸ਼ਰਾਬ ਪੀ ਰਿਹਾ ਹੈ, ਉਹ ਵੀ ਪਾਪ ਆ ਪਰਮੇਸ਼ਵਰ ਦੀ ਨਜ਼ਰਾਂ। ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਉਹ ਵੀ ਪਾਪ ਆ। ਸ਼ਾਇਦ ਇਨਸਾਨ ਦੀ ਨਜ਼ਰਾਂ ਦੇ ਵਿੱਚ ਹੋਏਗਾ ਕਿ ਜਿਹਨੇ ਲੱਖਾਂ ਦੀ ਚੋਰੀ ਕੀਤੀ ਉਹ ਚੋਰੀ ਹੈ, ਪਰ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ 1 ਰੁਪਏ ਦੀ ਵੀ ਚੋਰੀ ਹੈ ਔਰ ਉਹ ਪਾਪ ਹੈ। ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਹਾਂਜੀ ਪੜ੍ਹੀਏ ਜ਼ਰਾ ਕਹਾਤਾਂ ਦਾ ਪੁਸਤਕ ਮੇਰੇ ਰਾਹੀਂ, ਉਹਦਾ 9 ਨੰਬਰ ਅਧਿਆਇ ਉਹਦਾ 11 ਨੰਬਰ। ਮੇਰੇ ਰਾਹੀਂ ਤੇਰੀ ਉਮਰ ਵਧੇਗੀ। ਕਹਿੰਦੇ ਮੇਰੇ ਰਾਹੀਂ ਤੇਰੀ ਉਮਰ ਵਧੇਗੀ। ਇਹ ਬੱਚੇ ਦੇ ਲਈ ਆ। ਜਿਹੜੇ ਬੱਚੇ ਆ ਸੁਣਨ ਬੜੇ ਧਿਆਨ ਦੇ ਨਾਲ, ਜਿਹੜੇ ਜਵਾਨ ਹੋ ਗਏ ਸੁਣਨ ਬੜੇ ਧਿਆਨ ਦੇ ਨਾਲ। ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿ ਮੇਰੇ ਰਾਹੀਂ ਤੇਰੀ ਉਮਰ ਵਧੇਗੀ। ਇਸ ਵਚਨ ਦੇ ਰਾਹੀਂ ਤੇਰੀ ਉਮਰ ਵਧੇਗੀ। ਹਾਂਜੀ, ਅਤੇ ਤੇਰੇ ਜੀਉਣ ਦੇ ਵਰੇ ਢੇਰ ਸਾਰੇ ਹੋਣਗੇ। ਤੇਰੇ ਜੀਉਣ ਦੇ ਵਰੇ ਢੇਰ ਸਾਰੇ ਹੋਣਗੇ। ਤੂੰ ਲੰਬੀ ਉਮਰ ਜੀਏਗਾ, ਤੂੰ ਲੰਬੀ ਉਮਰ ਜੀਏਗੀ ਅਗਰ ਤੂੰ ਇਹਦੇ ਅਨੁਸਾਰ ਚੱਲੇਗਾ ਜਾਂ ਚੱਲੇਗੀ। ਕਹਿੰਦੇ ਮੇਰੇ ਦੁਆਰਾ ਤੇਰੀ ਉਮਰ ਦੇ ਵਿੱਚ ਵਾਧਾ ਆ, ਮੇਰੇ ਦੁਆਰਾ ਤੇਰੀ ਜ਼ਿੰਦਗੀ ਦੇ ਵਿੱਚ ਵਾਧਾ ਆ।
ਮੇਰੇ ਦੁਆਰਾ ਤੇਰੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਬਰਕਰਾਰ ਰਹਿਣੀ ਆ ਜਦ ਤੱਕ ਤੂੰ ਸਾਹ ਨਾ ਛੱਡੇ। ਹਾਲੇਲੂਇਆ। ਜਦੋਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ, ਉਹ ਮੁਰਦਾ ਸੀਗਾ, ਮਿੱਟੀ ਇਕੱਠੀ ਕੀਤੀ ਔਰ ਮੁਰਦਾ ਸੀਗਾ, ਜਦੋਂ ਉਸ ਸ਼ਕਲ ਸੂਰਤ ਦੇ ਦਿੱਤੀ। ਔਰ ਪਵਿੱਤਰ ਬਾਈਬਲ ਕਹਿੰਦਾ ਪਰਮੇਸ਼ਵਰ ਨੇ ਇਨਸਾਨ ਦੀਆਂ ਨਾਸਾਂ ਦੇ ਵਿੱਚ ਆਪਣੇ ਸਾਹ ਫੂਕ ਦਿੱਤੇ ਔਰ ਇਨਸਾਨ ਜਿਉਂਦੀ ਜਾਨ ਹੋ ਗਿਆ। ਹਾਲੇਲੂਇਆ। ਔਰ ਉਹ ਪਾਪ ਰਹਿਤ ਸੀਗਾ ਔਰ ਅੱਜ ਦਾ ਇਨਸਾਨ ਪਾਪ ਕਰਕੇ ਫਿਰ ਤੋਂ ਮੁਰਦਾ ਵਾਲੀ ਜ਼ਿੰਦਗੀ ਜੀ ਰਿਹਾ ਹੈ। ਇਹਦੇ ਵਿੱਚ ਜੋ ਬਰਕਤ ਆਇਆ, ਇਹਦੇ ਵਿੱਚ ਜੋ ਆਸ਼ੀਸ਼ ਆਇਆ ਧਾਰਮਿਕ ਬੰਦੇ ਦੇ ਲਈ, ਇਹ ਸਿਰਫ ਇਹਦੇ ਵਿੱਚ ਲਿਖੀਆਂ ਹੋਈਆਂ ਨਹੀਂ ਆ, ਇਹ ਤੋਂ ਨਿਕਲ ਕੇ ਸਾਡੀ ਜ਼ਿੰਦਗੀ ਦੇ ਵਿੱਚ ਨਜ਼ਰ ਆਉਂਦੀਆਂ। ਅਗਰ ਤੁਸੀਂ ਇਹਨੂੰ ਅੱਛੇ ਰੀਤੀ ਦੇ ਨਾਲ ਜਾਣੋਗੇ ਤੁਹਾਨੂੰ ਫਿਰ ਪਤਾ ਲੱਗੇ ਅਸੀਂ ਕੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਆਪਣੇ ਬੱਚਿਆਂ ਦੇ ਪ੍ਰਤੀ ਔਰ ਬੱਚੇ ਕੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਆਪਣੇ ਮਾਤਾ ਪਿਤਾ ਦੇ ਪ੍ਰਤੀ। ਕਹਿੰਦੇ ਮੇਰੇ ਦੁਆਰਾ ਤੇਰੀ ਉਮਰ ਵਧੇਗੀ ਔਰ ਤੇਰੇ ਜੀਵਨ ਦੇ ਜਿਹੜੇ ਵਰੇ ਆ ਉਹ ਢੇਰ ਸਾਰੇ ਹੋਣਗੇ। ਇਹ ਕਿੱਦਾਂ ਹੋਣਗੇ? ਜਦੋਂ ਇੱਕ ਰਾਹ ਜਿਹੜਾ ਮਾਂ-ਬਾਪ ਨੇ ਦੱਸਿਆ ਆ ਉਹਦੇ ਅਨੁਸਾਰ ਬੱਚਾ ਚੱਲਦਾ ਜਾਏਗਾ। ਅਗਰ ਉਹ ਸੱਜੇ ਖੱਬੇ ਮੁੜਦਾ ਵੀ ਆ ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਆ ਬੱਚੇ ਨੂੰ ਸਿੱਧੇ ਰਾਹ ਪਾਉਣਾ ਔਰ ਉਹਨੂੰ ਡਾਂਟਣਾ, ਉਹਨੂੰ ਝਿੜਕਣਾ। ਪਰ ਅੱਜ ਕੱਲ ਇਹ ਖਤਮ ਹੁੰਦਾ ਜਾ ਰਿਹਾ ਆ ਬੱਚਿਆਂ ਦੀ ਜ਼ਿੰਦਗੀਆਂ ਦੇ ਵਿੱਚ। ਬੱਚੇ ਡਾਂਟ ਨੂੰ ਜਿਹੜਾ ਕਵਰ ਨਹੀਂ ਕਰ ਪਾਉਂਦੇ ਆਪਣੀ ਜ਼ਿੰਦਗੀ ਦੇ ਵਿੱਚ। ਤੁਸੀਂ ਦੇਖਿਆ ਹੋਏਗਾ, ਸੁਣਿਆ ਵੀ ਹੋਏਗਾ, ਅਗਰ ਮਾਂ-ਬਾਪ ਤੋਂ ਕਿਸੇ ਗੱਲ ਤੋਂ ਲੈ ਕੇ ਬੱਚੇ ਨੂੰ ਡਾਂਟਦੇ ਆ ਉਹ ਜਾ ਕੇ ਸੁਸਾਈਡ ਕਰ ਲੈਂਦੇ ਆ, ਤਬਾਹ ਲੈ ਲੈਂਦੇ। ਕਿਉਂ? ਕਿਉਂਕਿ ਬੱਚੇ ਨੂੰ ਬਚਪਨ ਤੋਂ ਡਾਂਟਣ ਦੀ ਆਦਤ ਨਹੀਂ ਪਾਈ, ਡਾਂਟ ਸੁਣਨ ਦੀ ਆਦਤ ਨਹੀਂ ਪਾਈ, ਸੁਧਰਨ ਦੀ ਆਦਤ ਨਹੀਂ ਪਾਈ। ਬੱਚੇ ਦੇ ਜੀਵਨ ਦੇ ਵਿੱਚ ਡਰ ਨਹੀਂ ਪਾਇਆ ਮਾਂ-ਬਾਪ ਦਾ ਔਰ ਪਰਮੇਸ਼ਵਰ ਦਾ। ਪੜ੍ਹੀਏ, ਮੈਂ ਤੀਸਰਾ ਰੈਫਰੈਂਸ ਤੁਹਾਨੂੰ ਦੇ ਰਿਹਾ ਆ ਬਹੁਤਾਂ ਦਾ ਪੁਸਤਕ ਉਹਦਾ 6 ਨੰਬਰ ਅਧਿਆਇ ਔਰ ਉਹਦਾ 20 ਨੰਬਰ ਤੋਂ 23 ਨੰਬਰ ਪੰਕਤੀ ਤੱਕ ਅਸੀਂ ਪੜ੍ਹਨਾ ਹੈ। ਹਾਂਜੀ ਪੜ੍ਹੀਏ 20 ਨੰਬਰ। हे मेरे पुत्र, ਇਹ ਮੇਰੇ ਪੁੱਤਰ तू अपने पिता दी आज्ञा नु मान। ਇਹ ਬੱਚਿਆਂ ਦੇ ਲਈ ਆ। ਕਹਿੰਦੇ हे ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀ ਆਗਿਆ ਨੂੰ ਮੰਨ ਅਤੇ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ। ਔਰ ਤੂੰ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ। ਇਹ ਬੱਚਿਆਂ ਦੇ ਲਈ ਆ। ਕਹਿੰਦੇ ਤੂੰ ਆਪਣੇ ਪਿਤਾ ਦੀ ਆਗਿਆ ਕਰੀ ਕਰ ਔਰ ਜੋ ਤੇਰੀ ਮਾਂ ਤੈਨੂੰ ਸਿੱਖਿਆ ਦੇਗੀ ਤੂੰ ਉਹਨੂੰ ਨਾ ਛੱਡ, ਤੁਝ ਨਾ ਜਾਣ। ਹਾਂਜੀ, ਉਹਨਾਂ ਨੂੰ ਸਦਾ ਆਪਣੇ ਮਨ ਉੱਤੇ ਬੰਨੀ ਰੱਖੀ। ਉਹਨਾਂ ਨੂੰ ਸਦਾ ਆਪਣੇ ਮਨ ਦੇ ਉੱਪਰ ਬੰਨੀ ਰੱਖੀ, ਕਿਉਂਕਿ ਕੋਈ ਵੀ ਮਾਂ-ਬਾਪ ਆਪਣੇ ਬੱਚੇ ਦਾ ਬੁਰਾ ਨਹੀਂ ਚਾਹੁੰਦਾ। ਕੀ ਕੋਈ ਚਾਹੁੰਦਾ ਹੈ ਤਾਂ ਬੋਲੋ? ਕੀ ਕੋਈ ਚਾਹੁੰਦਾ ਉਹਦੇ ਬੱਚੇ ਵਿਗੜਨ ਜਾਂ ਨਸ਼ੇੜੀ ਬਣਨ ਜਾਂ ਗਾਣਾ ਕੱਢਣ ਜਾਂ ਲੜਾਈ ਝਗੜਾ ਕਰਨ? ਕੋਈ ਚਾਹੁੰਦਾ ਮਾਂ-ਬਾਪ ਐਸਾ? ਤੇ ਫਿਰ ਤੁਹਾਨੂੰ ਬਾਈਬਲ ਕੀ ਕਹਿੰਦਾ ਹੈ? ਜੇ ਬੱਚਿਆਂ ਨੂੰ ਕਹਿੰਦਾ ਹੈ ਕਿ ਤੂੰ ਆਪਣੇ ਪਿਤਾ ਦੀ ਕੀ ਲਿਖਿਆ ਹੈ? ਕਹਿੰਦਾ ਤੂੰ ਆਪਣੇ ਪਿਤਾ ਦੀ ਆਗਿਆ ਨੂੰ ਮੰਨ। ਜੇ ਪਿਤਾ ਸ਼ਰਾਬੀ ਹੋਵੇ ਬੱਚਾ ਸ਼ਰਾਬੀ ਬਣੇ? ਹਾਂ, ਜੇ ਪਿਤਾ ਗਾਣਾ ਕੱਢਦਾ ਤੇ ਬੱਚਾ ਗਾਣਾ ਕੱਢੇ ਨਾ, ਕਿਉਂਕਿ ਉਹਦਾ ਸਹੀ ਸਕੂਲ ਉਹਦਾ ਘਰ ਆ, ਬੱਚੇ ਦਾ ਸਹੀ ਧਾਰਮਿਕ ਸਥਾਨ ਉਹਦਾ ਘਰ ਆ। ਬਾਪ ਅਗਰ ਸ਼ਰਾਬ ਪੀ ਰਿਹਾ ਤਾਂ ਬੱਚੇ ਨੂੰ ਮਨਾ ਨਹੀਂ ਕਰ ਸਕਦਾ। ਪਹਿਲਾਂ ਤੁਹਾਨੂੰ ਪਰਫੈਕਟ ਹੋਣ ਦੀ ਲੋੜ ਆ। ਜੋ ਬੀਜੋਗੇ ਉਹੀ ਵੱਢਣਾ ਪੈਣਾ ਆ। ਸਮਾਂ ਕਿੱਥੇ ਬਿਤਾ ਰਹੇ ਆ? ਮੋਬਾਈਲ ਦੇ ਨਾਲ ਕੀ ਉਹ ਇਸਤੇਮਾਲ ਕਰਦੇ ਆ ਮੋਬਾਈਲ ਦੇ ਵਿੱਚ। ਕਿ ਮਾਵਾਂ ਦਾ ਧਿਆਨ ਹੈ ਬੱਚਿਆਂ ਦੇ ਵੱਲ? ਕਿ ਜਿਹੜੇ ਪਿਤਾ ਆ ਉਹਨਾਂ ਦਾ ਧਿਆਨ ਹੈ ਬੱਚਿਆਂ ਦੇ ਵੱਲ? ਕਿ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੇ ਆ? ਬਾਪ ਕਿੰਨੀ ਪ੍ਰਾਰਥਨਾ ਕਰਦਾ ਹੈ ਬੱਚੇ ਨੇ ਇਹ ਸਿੱਖਣਾ ਹੈ। ਕਹਿਣਾ ਸਾਈਡ ਤੇ ਤੁਸੀਂ ਚਲੇ ਜਾਓ। ਉਹ ਛੋਟਾ ਬੱਚਾ ਵੀ ਹੋਏਗਾ ਨਾ ਜਿਹਨੇ ਹੋਸ਼ ਸੰਭਾਲੀ ਆ, ਅਗਰ ਉਹ ਮਾਂ ਤੋਂ ਰੋਟੀ ਮੰਗਦਾ ਤਾਂ ਰੋਟੀ ਨਹੀਂ ਦਿੰਦੇ। ਕਹਿੰਦੇ ਗੋਡਿਆਂ ਤੋਂ ਕੇ ਪਹਿਲਾਂ ਪ੍ਰਾਰਥਨਾ ਕਰ ਫਿਰ ਤੈਨੂੰ ਰੋਟੀ ਮਿਲਣੀ। ਔਰ ਅੱਜ ਅਸੀਂ ਕੀ ਕਰਦੇ ਹਾਂ? ਕਦੀ ਬੱਚੇ ਨੂੰ ਡਾਂਟਿਆ, ਕਦੀ ਪੁੱਛਿਆ ਕਿ ਤੂੰ ਅੱਜ ਕਿੰਨੀ ਪ੍ਰਾਰਥਨਾ ਕੀਤੀ, ਤੂੰ ਅੱਜ ਕਿੰਨਾ ਬਾਈਬਲ ਪੜ੍ਹਿਆ? ਅਸੀਂ ਪੁੱਛਦੇ ਨਹੀਂ ਤੇ ਕੱਲ ਬੱਚੇ ਵੀ ਤੁਹਾਨੂੰ ਪੁੱਛਣਗੇ ਨਹੀਂ। ਮਾਫ ਕਰਨਾ ਪਰ ਗੱਲ ਸੱਚੀ।
ਅਸੀਂ ਹਰ ਕੋਈ ਚਾਹੁੰਦੇ ਆ ਕਿ ਸਾਡੇ ਬੱਚੇ ਧਾਰਮਿਕਤਾ ਦੇ ਵੱਲ ਨੂੰ ਕਦਮ ਵਧਾਉਣ, ਪਰ ਅਸੀਂ ਸਿੱਖਿਆ ਕੀ ਦੇ ਰਹੇ ਹਾਂ? ਅਸੀਂ ਕਿੰਨਾ ਕੁ ਪੁੱਛ ਗਿੱਛ ਕਰਦੇ ਹਾਂ? ਮੇਰੇ ਮਾਤਾ ਮੈਨੂੰ ਅੱਜ ਵੀ ਪੁੱਛਦੇ ਆ, ਅਗਰ ਮੇਰਾ ਸ਼ਡਿਊਲ ਜ਼ਿਆਦਾ ਬਿਜ਼ੀ ਹੋਵੇ ਜਾਂ ਮੇਰੇ ਕੋਲ ਬਾਈਬਲ ਸਕਿਪ ਹੋ ਜਾਵੇ, ਉਹ ਮੈਨੂੰ ਸ਼ਾਮ ਨੂੰ ਜ਼ਰੂਰ ਪੁੱਛਦੇ ਆ, ਅੱਜ ਬਾਈਬਲ ਪੜ੍ਹਿਆ ਨਹੀਂ? ਮੇਰੇ ਮਾਤਾ ਅੱਜ ਵੀ ਮੈਨੂੰ ਪੁੱਛਦੇ ਆ, ਧਿਆਨ ਦਿੰਦੇ ਆ ਮੇਰੀ ਜ਼ਿੰਦਗੀ ਦੇ ਵੱਲ ਕਿ ਤੁਹਾਡੇ ਮਾਤਾ ਏਦਾਂ ਧਿਆਨ ਦਿੰਦੇ ਆ, ਮਾਤਾ ਪਿਤਾ ਤੁਹਾਡੇ, ਜਾਂ ਤੁਸੀਂ ਜੋ ਮਾਤਾ ਪਿਤਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਲਈ ਪੁੱਛ-ਗਿੱਛ ਕਰਦੇ ਆ? ਕਿਤੇ ਤੂੰ ਆਪਣੇ ਮਾਂ ਦੀ ਤਾਲੀਮ ਨੂੰ ਨਾ ਛੱਡ। ਔਰ ਮਾਂ ਤਾਲੀਮ ਕਿੱਦਾਂ ਦੀ ਦੇ ਰਹੀ ਹੈ ਬੱਚੇ ਨੂੰ? ਬਾਪ ਦੀ ਤਾਲੀਮ ਦੇ ਰਿਹਾ ਹੈ ਬੱਚੇ ਨੂੰ, ਕਿਹੜੀਆਂ ਅੱਛੀਆਂ ਆਦਤਾਂ ਸਿਖਾ ਰਿਹਾ ਹੈ ਜਾਂ ਬੱਚੇ ਦੇ ਜੀਵਨ ਚ ਡਾਂਟ ਰਿਹਾ ਹੈ ਉਹਨੂੰ? ਚਾਹੁੰਦਾ ਕੋਈ ਵੀ ਨਹੀਂ ਹੈ ਕਿ ਬੱਚੇ ਵਿਗੜਨ ਨਾ, ਹਰ ਕੋਈ ਚਾਹੁੰਦੇ ਆ ਬੱਚੇ ਸੁਧਰਨ, ਬੱਚੇ ਸਹੀ ਰਾਹ ਦੇ ਉੱਪਰ ਚੱਲਣ, ਸਹੀ ਸੰਗਤੀ ਦੇ ਵਿੱਚ ਕਦਮ ਵਧਾਉਣ। ਪਰ ਅਸੀਂ ਕਿੰਨਾ ਕੁ ਯੋਗਦਾਨ ਦੇ ਰਹੇ ਹਾਂ? ਅਸੀਂ ਕਿੰਨਾ ਕੁ ਧਿਆਨ ਦੇ ਰਹੇ ਹਾਂ? ਹਾਂਜੀ ਪੜ੍ਹੀਏ ਅੱਗੇ, ਕਹਿੰਦੇ ਤੂੰ ਆਪਣੇ ਪਿਤਾ ਦੀ ਆਗਿਆ ਨੂੰ ਮੰਨ ਔਰ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ। ਉਹਨਾਂ ਨੂੰ ਕਹਿੰਦਾ ਸਦਾ ਆਪਣੇ ਮਨ ਦੇ ਉੱਪਰ ਬੰਨੀ ਰੱਖੀ ਕਿ ਜੋ ਤੇਰੇ ਮਾਤਾ ਪਿਤਾ ਤੈਨੂੰ ਸਿਖਾ ਰਹੇ ਆ, ਸਦਾ ਆਪਣੇ ਦਿਲ ਦੇ ਵਿੱਚ ਉਹਨਾਂ ਨੂੰ ਜਮਾ ਕਰਕੇ ਰੱਖ ਕਿ ਤੇਰੇ ਮਾਤਾ ਪਿਤਾ ਤੈਨੂੰ ਕੀ ਸਿਖਾ ਰਹੇ ਆ। ਮਾਫ ਕਰਨਾ, ਪਰ ਕਈ ਬੱਚਿਆਂ ਨੂੰ ਬੰਦਗੀ ਦੇ ਵਿੱਚ ਬੈਠਣਾ ਵੀ ਨਹੀਂ ਆਉਂਦਾ, ਔਰ ਉਹ ਤੋਂ ਪਤਾ ਲੱਗ ਜਾਂਦਾ ਆ ਕਿ ਮਾਂ ਬਾਪ ਦੀ ਸਿੱਖਿਆ ਕੀ ਆ। ਮਾਂ ਬਾਪ ਨੇ ਬੱਚਿਆਂ ਨੂੰ ਹੱਲੇ ਤੱਕ ਬੰਦਗੀ 'ਚ ਬੈਠਣਾ ਵੀ ਨਹੀਂ ਸਿਖਾਇਆ ਆ। ਬੱਚਾ 36 ਵਾਰੀ ਉੱਠਦਾ ਆ, ਉਹਨਾਂ ਨੂੰ ਇਹ ਨਹੀਂ ਸਿਖਾਇਆ ਆ ਕਿ ਪਰਮੇਸ਼ਵਰ ਦੀ ਹਜ਼ੂਰੀ 'ਚ ਕਿੱਦਾਂ ਬੈਠਣਾ ਆ। ਕਿਹਨੇ ਸਿਖਾਉਣਾ ਆ? ਮਾਸਟਰ ਨੇ। ਇਹ ਮਾਂ ਬਾਪ ਨੇ ਸਿਖਾਉਣਾ ਆ ਬੱਚੇ ਕਿ ਅਸੀਂ ਘਰ ਕਿੱਦਾਂ ਬੈਠਣਾ ਆ ਔਰ ਚਰਚ ਦੇ ਵਿੱਚ ਕਿੱਦਾਂ ਬੈਠਣਾ, ਮਤਲਬ ਪ੍ਰੇਅਰ ਮੀਟਿੰਗ ਦੇ ਵਿੱਚ ਕਿੱਦਾਂ ਬੈਠਣਾ। ਹਾਲੇਲੂਇਆ, ਹਾਲੇਲੂਇਆ। ਹਾਂਜੀ ਪੜ੍ਹੀਏ ਅੱਗੇ, ਅਤੇ ਉਹਨਾਂ ਨੂੰ ਆਪਣੇ ਗਲ ਉੱਤੇ ਲਪੇਟ ਛੱਡ। ਕਹਿੰਦੇ ਉਹਨਾਂ ਗੱਲਾਂ ਨੂੰ ਔਰ ਉਹਨਾਂ ਆਗਿਆਕਾਰੀ ਨੂੰ, ਉਹਨਾਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਗੱਲਾਂ ਜਿਹੜੀਆਂ ਮਾਤਾ ਪਿਤਾ ਤੋਂ ਤੈਨੂੰ ਪ੍ਰਾਪਤ ਹੋਣ, ਉਹਨਾਂ ਨੂੰ ਆਪਣੇ ਦਿਲ ਦੇ ਨਾਲ ਰੱਖ ਔਰ ਆਪਣੇ ਗਲੇ ਦੇ ਨਾਲ ਉਹਨੂੰ ਲਪੇਟ ਲਾ। ਹਾਂਜੀ, ਜਦ ਤੂੰ ਕਿਤੇ ਜਾਏਗਾ, ਜਦ ਤੂੰ ਕਿਤੇ ਜਾਏਗਾ ਉਹ ਤੇਰੀ ਅਗਵਾਈ ਕਰਨਗੇ। ਆਓ ਤੇਰੀ ਅਗਵਾਈ ਕਰਨਗੀਆਂ। ਜਦ ਬੱਚਾ ਅਗਰ ਬੁਰੀ ਸੰਗਤੀ ਦੇ ਨਾਲ ਮਿਲ ਕੇ ਅਗਰ ਬੁਰੇ ਕੰਮਾਂ ਦੇ ਵੱਲ ਵੀ ਜਾਂਦਾ ਆ, ਮਾਤਾ ਪਿਤਾ ਤੋਂ ਪਰੋਖੇ ਹੋ ਕੇ, ਪਰ ਮਾਤਾ ਪਿਤਾ ਦੀ ਜੋ ਸਿੱਖਿਆ ਉਹਨੂੰ ਮਿਲੀ ਆ, ਉਹ ਉਦੋਂ ਉਹਦੇ ਅੰਗ ਸੰਗ ਹੋਣੀਆਂ। ਹਾਲੇਲੂਇਆ। ਜਦੋਂ ਬੱਚਾ ਨਸ਼ੇ ਵੱਲ ਨੂੰ ਜਾ ਰਿਹਾ ਆ, ਜਾਂ ਜਦੋਂ ਬੱਚਾ ਠੇਕੇ ਵੱਲ ਨੂੰ ਜਾ ਰਿਹਾ ਆ, ਉਦੋਂ ਮਾਂ ਬਾਪ ਨੇ ਜੋ ਉਹਦੇ ਜੀਵਨ 'ਚ ਡਰ ਪਾਇਆ ਆ ਪਰਮੇਸ਼ਵਰ ਦਾ, ਉਦੋਂ ਬੱਚੇ ਨੂੰ ਉਹ ਗੱਲਾਂ ਯਾਦ ਆਣੀਆਂ। ਦਾਊਦ ਕਹਿੰਦਾ ਪਰਮੇਸ਼ਵਰ ਦਾ ਬੰਦਾ, ਕਹਿੰਦਾ ਪ੍ਰਭੂ ਤੇਰਾ ਬਚਨ ਮੇਰੇ ਰਾਹ ਦੇ ਲਈ ਦੀਪਕ ਆ, ਚਾਨਣ ਦਾ ਕੰਮ ਕਰਦਾ ਆ, ਕਹਿੰਦਾ ਤਾਂ ਜੋ ਮੈਨੂੰ ਠੋਕਰ ਨਾ ਲੱਗੇ। ਇਹ ਬਚਨ ਖੁਦਾਵੰਦ ਦਾ ਪਵਿੱਤਰ ਆ, ਜਦੋਂ ਇਹ ਸਾਡੇ ਜੀਵਨ 'ਚ ਸਾਨੂੰ ਠੋਕਰ ਨਹੀਂ ਲੱਗੇਗੀ। ਨਸ਼ੇ ਨੂੰ ਲੈ ਕੇ, ਗਾਲਾਂ ਨੂੰ ਲੈ ਕੇ, ਬੁਰੀ ਸੰਗਤੀ ਨੂੰ ਲੈ ਕੇ, ਪਰ ਇਹ ਸਾਡੇ ਜੀਵਨ 'ਚ ਤਾਂ ਹੋਣਾ ਚਾਹੀਦਾ। ਇਹਨੂੰ ਪੜ੍ਹਨਾ ਕਾਫੀ ਨਹੀਂ ਆ। ਬਾਈਬਲ ਕਹਿੰਦਾ ਮੁਬਾਰਕ ਉਹ ਬੰਦਾ ਆ ਜਿਹੜਾ ਇਹਨਾਂ ਭਵਿੱਖਬਾਣੀ ਦੀਆਂ ਗੱਲਾਂ ਨੂੰ ਪੜ੍ਹਦਾ, ਸੁਣਦਾ ਤੇ ਉਹਦੇ ਅਨੁਸਾਰ ਚੱਲਦਾ ਆ। ਜਿਹੜਾ ਚੱਲਦਾ ਆ ਉਹ ਮੁਬਾਰਕ ਆ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ। ਘਰ ਦੇ ਵਿੱਚ ਕਲੇਸ਼, ਪਰਿਵਾਰ ਦੇ ਵਿੱਚ ਕਲੇਸ਼ ਦਾ ਕਾਰਨ ਇਹੀ ਆ ਕਿ ਸਿੱਖਿਆ ਸਹੀ ਨਹੀਂ ਮਿਲੀ, ਜਾਂ ਬੱਚਾ ਸਿਖਾਇਆ ਸਹੀ ਨਹੀਂ ਗਿਆ ਹੈ। ਇਹਦੇ ਨੂੰ ਆਪਣੇ ਦਿਲ ਦੇ ਵਿੱਚ ਜਮਾ ਕਰ, ਉਹਨੂੰ ਆਪਣੇ ਗਲੇ ਦੇ ਨਾਲ ਬੰਨ ਲਾ, ਤਾਂ ਜੋ ਜਿੱਥੇ ਤੂੰ ਜਾਏਗਾ ਜਾਂ ਜਾਏਗੀ ਬੱਚੇ ਦੇ ਲਈ ਆ, ਕਹਿੰਦੇ ਤੇਰੀ ਅਗਵਾਈ ਕਰਨਗੀਆਂ ਗੱਲਾਂ। ਮਾਂ ਬਾਪ ਸਦਾ ਤਾਂ ਰਹਿੰਦੇ ਨਹੀਂ ਆ, ਜਾਂ ਹਰ ਤਰ੍ਹਾਂ ਦਾ ਬੱਚੇ ਦੇ ਨਾਲ ਨਹੀਂ ਜਾ ਸਕਦੇ, ਪਰ ਤੁਹਾਡੀ ਸਿੱਖਿਆ ਉਹਦੇ ਨਾਲ ਜਾਏਗੀ। ਪਰ ਜੋ ਤੁਸੀਂ ਬੱਚੇ ਨੂੰ ਸਿਖਾਇਆ ਹੋਇਆ ਆ, ਉਹ ਗੱਲਾਂ, ਉਹ ਡਰ ਉਹ ਬੱਚੇ ਦੇ ਨਾਲ ਹੋਏਗਾ ਔਰ ਉਹਨੂੰ ਵਿਗੜਨ ਤੋਂ ਬਚਾਏਗਾ, ਉਹਨੂੰ ਗਲਤ ਟਰੈਕ ਦੇ ਉੱਪਰ ਜਾਣ ਤੋਂ ਬਚਾਏਗਾ। ਕਿੰਨੇ ਸਮਝ ਪਾ ਰਹੇ? ਤੁਸੀਂ ਸਕੂਲ ਬੱਚੇ ਦੇ ਨਾਲ ਨਹੀਂ ਜਾ ਸਕਦੇ, ਤੁਸੀਂ ਛੱਡਣ ਜਾ ਸਕਦੇ ਆ ਤੇ ਲੈਣ ਜਾ ਸਕਦੇ, ਤੁਸੀਂ ਜੌਬ ਦੇ ਬੱਚੇ ਦੇ ਨਾਲ ਨਹੀਂ ਜਾ ਸਕਦੇ, ਨਾਲ ਰਹਿ ਨਹੀਂ ਸਕਦੇ, ਪਰ ਤੁਹਾਡੀ ਸਿੱਖਿਆ ਉਹਦੇ ਨਾਲ ਰਹਿ ਸਕਦੀ। ਤੁਸੀਂ ਜੋ ਬੱਚੇ ਦੇ ਜੀਵਨ ਦੇ ਵਿੱਚ ਡਰ ਪਾਇਆ ਪਰਮੇਸ਼ਵਰ ਦਾ ਜਾਂ ਪਾਪ ਦਾ, ਉਹ ਸਦਾ ਉਹਦੇ ਨਾਲ ਰਹੇਗਾ। ਕਹਿੰਦਾ ਉਹਦੀ ਅਗਵਾਈ ਕਰਨ। ਕਿੰਨੇ ਸਮਝ ਪਾ ਰਹੇ? ਕਿਤੇ ਉੱਪਰੋਂ ਨਹੀਂ ਲੰਘੀ ਜਾਂਦਾ, ਮੈਂ ਵੀ ਬੋਲੀ ਜਾਵਾਂ। ਹਾਂ,
समझ आ रही है पल्ले मेरे? माफ करना अगर गल्लां चुप जा, पर मेरे को इतना नहीं आई। कहता वो गल्लां ओदी अगुवाई करनगियां। बच्चा अगर बिगड़ेगा भी तो बिगड़न वाले राह दे ऊपर जाएगा। माड़ी संगति दे गल अगर कदम वधा भी रहा हो, पर जड़ियां मां बाप दीयां गल्लां आ, बाइबल दीयां गल्लां जड़ियां आ, धार्मिकता दीयां गल्लां आ, जड़ियां मां बाप ने बच्चे नूं सिखाईयां आ, ओदी अगुवाई करनगियां। ओनू ठोकर नहीं लगन देणगियां, माड़ी संगति वाल नहीं जाण देणगियां। हां जी पढ़िए आगे। ਅਤੇ ਜਦ ਤੂੰ ਜਾਗੇਗਾ ਤਾਂ ਉਹ ਤੇਰੇ ਨਾਲ ਗੱਲਾਂ ਕਰਨਗੀਆਂ। लिखिया जद तू किते जाएगा तेरी अगुवाई करनगियां, जद तू लम्मा पवेगा तां ओ तेरी राखी करनगियां। पवित्र बाइबल ਦੇ ਵਿੱਚ ਲਿਖਿਆ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀਗਾ, ਜਦੋਂ ਇੱਕ ਪ੍ਰਾਣੀ ਕਿਸੇ ਦੇ ਨਾਲ ਸਰੀਰਕ ਤੌਰ ਤੇ ਬੁਰਾ ਕਰਦਾ ਸੀ ਉਹਨੂੰ ਬੁਰਾ ਮੰਨਿਆ ਜਾਂਦਾ ਸੀ, ਜਾਂ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਸੰਬੰਧ ਬਣਾਉਂਦਾ ਸੀਗਾ ਤੇ ਉਹਨੂੰ ਪਾਪ ਮੰਨਿਆ ਜਾਂਦਾ ਸੀਗਾ। पर हुण बाइबल सानू की कहता जेड़ा मन दे विचारां दे नाल भी सोच लेंदा तनो मनो ओदा कर लेंदा, ये पाप है। किसी औरत के प्रति या औरत किसी मर्द के प्रति अगर अपने मन के विचारां नू घड़दी आ या घड़दा आ और तनो मनो दे नाल भी प्रैक्टिकल कर लेंदा या कर लेंदी आ, ये पाप है। पहला जदों फिजिकल हुंदा सी उदों पाप गिणिया जांदा सी पुराने नियम दे विच, पर नए नियम दे विच जो तुहाडे मेरे लई आ इहदे विच असीं सोचां दे द्वारा भी जो भी सोचदे आ वो पाप गिणिया जांदा है साडे लेखे दे विच। कहते वो लम्मा भी पएगा तां की होएगा, कहते जद तू लम्मा पवे तां ओ तेरी राखी करनगियां। किहड़ियां गल्लां जड़ियां मां बाप तो प्राप्त होईयां, जड़ी मां बाप ने शिक्षा दी है बाइबल पढ़न दी, और इन्हू पढ़न के द्वारा वो इहदी अगुवाई करनगियां तां जो बिस्तर दे उपर जद रात नूं बच्चा लम्मा पवे ते वो पवित्रता दीयां सोचां सोचण, माड़ियां नहीं, नकम्मियां नहीं, गंदियां नहीं। जदों मोबाइल दे नाल पंगे लवे तां कुछ गलत ना देखे, और चंगा देखे, धार्मिकता दे वालों कदम बढ़ावे। और अगे लिखिया कहते जद तू जागेगा तां ओ तेरे नाल गल्लां करनगियां, ओ गल्लां जेड़ियां मां बाप दे द्वारा उन्हें प्राप्त होईयां आ बच्चे, ओ गल्लां जेड़ियां मां बाप के द्वारा उन्हें शिक्षा दे विच प्राप्त होईयां आ, ओ गल्लां ओदे नाल करनगियां। हां जी क्यों जो हुक्म दीवा कहते हुक्म जेड़ा बच्चे दे प्रति आ मां बाप दा, कहते ओ दीवे दा काम करदा ओदे लई तां जो बच्चे नूं ठोकर ना लगे। हां जी कहते क्यों जो हुक्म दीवा तालीम जोत तालीम जेड़ी आ मां बाप के द्वारा उन्हें प्राप्त होई आ ओ चानण दा काम करदी आ बच्चे दे जिंदगी दे विच। हां जी ਅਤੇ ਸਿੱਖਿਆ ਦੀ ਤਾੜ हां ਜਿਉਣ ਦਾ ਰਾਹ ਹੈ। ਸਿੱਖਿਆ ਦੀ ਤਾੜ ਜਿਉਣ ਦਾ ਰਾਹ ਆ, ਜੋ ਤੁਸੀਂ ਬੱਚੇ ਨੂੰ ਤਾੜਦੇ ਪਏ ਆ ਅੱਛੀ ਸਿੱਖਿਆ ਦੇ ਲਈ ਕਿ ਉਹ ਮਾੜੇ ਕੰਮ ਨਾ ਕਰੇ, ਇਹ ਉਹਦੀ ਉਮਰ ਦੇ ਵਿੱਚ ਵਾਧਾ ਹੋ ਰਿਹਾ ਹੈ। ਕਿਉਂਕਿ ਉਮਰ ਦੇ ਵਿੱਚ ਵਾਧਾ ਮਾਂ-ਬਾਪ ਦੇ ਹੱਥ ਦੇ ਵਿੱਚ ਨਹੀਂ, ਉਮਰਾਂ ਦਾ ਵਾਧਾ ਖੁਦਾਵੰਦ ਦੇ ਹੱਥਾਂ ਦੇ ਵਿੱਚ ਆ, ਸਾਡੇ ਸਿਰਜਣਹਾਰ ਦੇ ਹੱਥਾਂ ਦੇ ਵਿੱਚ ਆ। ਪਰ ਉਸ ਉਮਰ ਦੇ ਵਾਧੇ ਤੱਕ ਕਿੱਦਾਂ ਲੈ ਕੇ ਜਾਣਾ ਆ ਬੱਚੇ ਨੂੰ, ਜਦੋਂ ਮਾਂ-ਬਾਪ ਨੇ ਆਪਣਾ ਉਹ ਵਾਲਾ ਫਰਜ਼ ਨਿਭਾਉਣਾ ਜੋ ਬਾਈਬਲ ਕਹਿੰਦਾ ਹੈ ਕਿ ਬੱਚੇ ਨੂੰ ਸਿੱਧਾ ਰਾਹ ਤੇ। ਕਹਿੰਦੇ ਉਮਰ ਦੀ ਜਿਹੜੀ ਲੰਬਾਈ ਆ ਉਹ ਰੱਬ ਦੇ ਵੱਲੋਂ ਬੱਚੇ ਦੇ ਲਈ ਇਹ ਜ਼ਿੰਮੇਵਾਰੀ ਹੈ ਕਿ ਤੂੰ ਆਪਣੇ ਮਾਤਾ ਪਿਤਾ ਦਾ ਆਗਿਆਕਾਰ ਬਣ ਤਾਂ ਜੋ ਧਰਤੀ ਦੇ ਉੱਪਰ ਤੇਰੇ ਦਿਨ ਲੰਬੇ ਹੋਣ। ਹਾਲੇਲੂਇਆ। ਤੁਸੀਂ ਦੇਖਿਆ ਹੋਵੇਗਾ ਕੱਲ ਇੱਕ ਐਕਸੀਡੈਂਟ ਹੋਇਆ ਰੋਡ ਤੇ, ਹਾਂ ਇੱਕ ਗੁੜੀਆ ਵਿਚਾਰੀ ਡੈਥ ਹੋ ਗਈ ਉਹਦੀ। ਕਿੰਨੀ ਉਮਰ ਹੋਏਗੀ? फिर तुसीं देखो असीं कितनी सानू जरूरत है लंबाई जिहड़ी उम्र की लंबाई बच्चे की जिंदगी दे विच लैके आउण। मैं नहीं कहंदा भी वो पापी होएगी तां मर गई है, ऐसा नहीं। पर जिहड़ा उम्र दे विच वाधा आ ये परमेश्वर दे वचन दे द्वारा आ, मां बाप दी शिक्षा दे द्वारा आ। सानू किन्ना रब तो डरन की जरूरत है। जिहड़ा बंदा पाप दे विच मर गया ना, जां जिहड़ा बच्चा पाप दे विच मर गया वो नरक दे विच जांदा है। बाइबल इस गल दा ठोस सबूत है। कहंदा नरक दी अग जिहड़ी ओह कदी बुझदी नहीं आ, कीड़ा मरदा नहीं आ। अज कीड़ी भी चढ़ जाए फटाफट झाड़ दिंदे आ, उसे कुछ भी नहीं करना। अज रोटी गरम भी हाथ से लग जाए तो फटाफट हाथ साइड से कर लेंदे आ। उत्थे सदा दी आग्या बाइबल कहंदा, थोड़े समय दे लई नहीं है। कहता अगर धार्मिकता दे विच चलते हुए जिंदगी बसर करोगे, अपनी कंप्लीट उम्र नूं करके तुसीं जाओगे रब दे कोल जाओगे तो स्वर्ग नसीब होएगा। लिखिया उहदे विच सुख शांति, उत्थे भुख प्यास नहीं है।
ਧਰਤੀ ਦੇ ਉੱਪਰ ਰਹਿੰਦੇ ਸਾਨੂੰ ਦੁੱਖ ਤਕਲੀਫਾਂ ਹੋ ਸਕਦੀਆਂ ਆ, ਪਰ ਸਵਰਗ ਦੇ ਵਿੱਚ ਨਹੀਂ, ਪਰਮੇਸ਼ਵਰ ਦੇ ਘਰ ਦੇ ਵਿੱਚ ਨਹੀਂ। ਔਰ ਮੇਰਾ ਇਹ ਮੰਨਣਾ ਆ ਕਿ ਧਰਤੀ ਦੇ ਉੱਪਰ ਅਗਰ ਅਸੀਂ ਦੁਖੀਆਂ ਤੇ ਕੋਈ ਦਿੱਕਤ ਨਹੀਂ ਆ, ਇੱਥੇ ਦੁੱਖ ਦੇ ਵਿੱਚ ਅਸੀਂ 60-70 ਸਾਲ ਉਮਰ ਬਿਤਾ ਕੇ ਔਰ ਸਦਾ ਦਾ ਉੱਥੇ ਜੀਵਨ ਬਿਤਾਉਣਾ ਜਿਹੜਾ ਜਿਹਦੇ ਵਿੱਚ ਕੋਈ ਦੁੱਖ ਨਹੀਂ ਆ, ਕੋਈ ਤਕਲੀਫ ਨਹੀਂ ਆ, ਕੋਈ ਭੁੱਖ ਔਰ ਪਿਆਸ ਨਹੀਂ ਹੈ। ਇੱਥੇ ਰੋਟੀ ਦੇ ਲਾਲੇ ਪਏ ਆ ਸਾਰਿਆਂ ਦੇ, ਉੱਥੇ ਏਦਾਂ ਦਾ ਕੁਝ ਵੀ ਨਹੀਂ ਆ ਬਾਈਬਲ ਵਿੱਚ। ਹਾਲੇਲੂਇਆ, ਸਮਝ ਆ ਰਹੀ? ਕਹਿੰਦੇ ਸਿੱਖਿਆ ਦੀ ਤਾੜ ਜਿਹੜੀ ਆ ਉਹ ਜੀਵਨ ਦਾ ਰਾਹ ਆ ਬੱਚੇ ਦੇ। ਹਾਂਜੀ ਪੜ੍ਹੀਏ ਜਰਾ ਅਗਲਾ ਰੈਫਰੈਂਸ, ਜ਼ਬੂਰਾਂ ਦਾ ਪੁਸਤਕ 118 ਨੰਬਰ ਜ਼ਬੂਰ। ਹਾਂਜੀ ਜ਼ਬੂਰਾਂ ਦਾ ਪੁਸਤਕ ਉਹਦਾ 118 ਨੰਬਰ ਜ਼ਬੂਰ ਔਰ ਉਹਦਾ 24 ਨੰਬਰ ਪੰਕਤੀ। और ਉਹਦਾ 24 ਨੰਬਰ। ਹਾਂਜੀ ਲੈਸੇ ਸਮਝ ਆ ਰਿਹਾ? ਹਾਂ ਇਹ ਦਿਨ ਹਾਂਜੀ ਯਹੋਵਾ ਨੇ ਬਣਾਇਆ, ਕਹਿੰਦੇ ਅੱਜ ਦਾ ਦਿਨ ਖੁਦਾ ਨੇ ਬਣਾਇਆ ਆ, ਪਰਮੇਸ਼ਵਰ ਨੇ ਬਣਾਇਆ। ਮਤਲਬ ਮੈਂ ਪਹਿਲਾਂ ਵੀ ਦੱਸਿਆ ਅੱਜ ਦਾ ਮਤਲਬ ਲੈਸੇ ਦਾ ਜਨਮ ਦਿਨ ਆ, ਉਹਦੇ ਕਰਕੇ ਨਹੀਂ। ਰੋਜ਼ ਦਾ ਦਿਨ ਜਿਹੜਾ ਜਦੋਂ ਤੁਸੀਂ ਸਵੇਰੇ ਉਠੋ, ਚਾਨਣਾ ਦੇਖੋ ਔਰ ਪਰਮੇਸ਼ਵਰ ਦਾ ਧੰਨਵਾਦ ਕਰੋ ਕਿ ਉਹਨੇ ਤੁਹਾਨੂੰ ਜ਼ਿੰਦਾ ਰੱਖਿਆ, ਤੰਦਰੁਸਤੀ ਦੇ ਨਾਲ ਉਠਾਇਆ। ਕਈ ਸੁੱਤੇ ਰਹਿ ਜਾਂਦੇ, ਜ਼ਿਆਦਾ ਗੁੜੀ ਨੀਂਦ ਸੋ ਜਾਂਦੇ। ਔਰ ਬਾਈਬਲ ਇਸ ਚੀਜ਼ ਨੂੰ ਬਿਆਨ ਕਰਦਾ, ਕਹਿੰਦਾ ਜਿਹੜਾ ਧਾਰਮਿਕਤਾ ਦੇ ਵਿੱਚ ਹੋ ਕੇ ਮਰਦਾ ਉਹ ਮਰਦਾ ਨਹੀਂ, ਉਹ ਸੌਂਦਾ ਹੈ। ਔਰ ਜਿਹੜਾ ਸੌਂਦਾ ਹੈ ਉਹ ਇੱਕ ਦਿਨ ਉੱਠਦਾ ਹੈ। ਮਰਦਾ ਕਿਹੜਾ? ਜਿਹੜਾ ਪਾਪ ਦੇ ਵਿੱਚ ਮਰਦਾ, ਉਹ ਸੌਂਦਾ ਨਹੀਂ, ਉਹ ਮਰਦਾ ਆ। ਔਰ ਮਰਨ ਵਾਲਾ ਬੰਦਾ ਉੱਠਦਾ ਨਹੀਂ। ਅਸੀਂ ਧਾਰਮਿਕਤਾ ਦੇ ਵਿੱਚ ਹੋ ਕੇ ਉਮਰ ਨੂੰ ਕੰਪਲੀਟ ਕਰਨਾ ਔਰ ਅਸੀਂ ਸੌਣਾ ਆ। ਔਰ ਬਾਈਬਲ ਕਹਿੰਦਾ ਜਦੋਂ ਬਚਨ ਆਉਂਦੇ ਉੱਪਰ ਯਿਸੂ ਮਸੀਹ ਨੇ ਆਉਣਾ ਆਪਣੇ ਇਮਾਨਦਾਰ ਲੋਕਾਂ ਨੂੰ ਲੈਣ ਦੇ ਲਈ, ਉਹ ਸੁੱਤੇ ਲੋਕ ਉਠਾਏ ਜਾਣੇ। ਕਹਿੰਦੇ ਪਹਿਲਾ ਫਲ ਉਹਨਾਂ ਦਾ ਹੋਣਾ ਜਿਹੜੇ ਸੁੱਤੇ ਆ ਮਸੀਹ ਦੇ ਵਿੱਚ। ਅਸੀਂ ਜਿਹੜੇ ਆ ਸਾਡਾ ਦੂਸਰਾ ਹੈ। ਪਹਿਲਾ ਫਲ ਉਹਨਾਂ ਦਾ ਆ ਜਿਹੜੇ ਮਸੀਹ ਦੇ ਵਿੱਚ ਹੋ ਕੇ ਸੁੱਤੇ ਧਾਰਮਿਕਤਾ ਦੇ ਵਿੱਚ। ਔਰ ਦੂਸਰੀ ਵਾਰੀ ਸਾਡੀ ਜਿਹੜੇ ਜਿਉਂਦੇ ਔਰ ਧਾਰਮਿਕਤਾ ਨੂੰ ਪਹਿਨਿਆ ਹੋਇਆ ਜਾਣਾ, ਪਵਿੱਤਰਤਾ ਨੂੰ ਪਹਿਨਿਆ ਹੋਇਆ, ਅਸੀਂ ਫਿਰ ਉਠਾਏ ਜਾਣਾ ਬਦਲਾਂ ਦੇ ਉੱਪਰ। ਧਰਤੀ ਸ਼ਰਾਬੇ ਤੇ ਪਾਪ ਨਾਲ ਭਰੀ ਹੋਈ ਆ, ਇਸ ਲਈ ਬਾਈਬਲ ਕਹਿੰਦਾ ਯਿਸੂ ਮਸੀਹ ਨੇ ਧਰਤੀ ਤੇ ਕਦਮ ਨਹੀਂ ਰੱਖਣਾ, ਬਦਲਾਂ ਦੇ ਉੱਪਰ ਆਣਾ ਆ। ਇੱਥੇ ਅਸੀਂ ਦੇਖਣਾ ਹੈ ਜਿੱਦਾਂ ਹੁਣ ਦੇਖਦਾ ਪਿਆ ਸਮਾਨ। ਇੱਥੇ ਹਰ ਇੱਕ ਅੱਖ ਨੂੰ ਵੇਖੇਗੀ। ਬਾਈਬਲ ਕੋਲ ਸਬੂਤ ਹੈ ਇਸ ਗੱਲ ਦਾ। ਕਹਿੰਦੇ ਹਰ ਇੱਕ ਅੱਖ ਨੂੰ ਵੇਖੇਗੀ। ਵੇਖਣਾ ਸਾਰਿਆਂ ਨੇ ਆ, ਉਠਾਏ ਉਹਨਾਂ ਨੇ ਜਾਣਾ ਆ ਜਿਹੜੇ ਧਾਰਮਿਕਤਾ ਦਾ, ਜਿਨ੍ਹਾਂ ਨੇ ਧਾਰਮਿਕਤਾ ਨੂੰ ਪਹਿਨਿਆ ਹੋਇਆ। ਪਾਪ ਤੋਂ ਦੂਰ ਰਹਿੰਦੇ ਆ, ਜਿਹੜੇ ਬੁਰਾਈ ਤੋਂ ਦੂਰ ਰਹਿੰਦੇ ਆ। ਬਾਈਬਲ ਜੋ ਕਰਨ ਦੇ ਲਈ ਕਹਿੰਦਾ ਉਹ ਕਰਦੇ ਆ, ਜੋ ਨਹੀਂ ਕਰਨ ਦੇ ਲਈ ਕਹਿੰਦਾ ਉਹ ਨਹੀਂ ਕਰਦੇ। ਪਰ ਅੱਜ ਦਾ ਇਨਸਾਨ ਇੰਨਾ ਕਠੋਰਤਾ ਦੇ ਵਿੱਚ ਆ ਗਿਆ ਆ। ਔਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ, ਕਹਿੰਦੇ ਅੱਜ ਅਗਰ ਤੁਸੀਂ ਆਪਣੇ ਰੱਬ ਦੀ ਆਵਾਜ਼ ਨੂੰ ਸੁਣੋ ਤੇ ਆਪਣੇ ਦਿਲਾਂ ਨੂੰ ਕਹਿੰਦਾ ਕਠੋਰ ਨਾ ਕਰੋ, ਨਮਰ ਕਰੋ ਕਹਿੰਦਾ। ਪਰ ਅੱਜ ਦਾ ਇਨਸਾਨ ਆਪਣੇ ਦਿਲ ਨੂੰ ਕਠੋਰ ਕਰਕੇ ਬੈਠਿਆ ਹੋਇਆ, ਕਿਉਂਕਿ ਬਾਈਬਲ ਦੇ ਨਾਲ ਧਾਰਮਿਕਤਾ ਦੇ ਨਾਲ ਕੋਈ ਸੰਬੰਧ ਨਹੀਂ ਉਹਦਾ। ਉਹਦੇ ਨਸ਼ੇ ਦੇ ਨਸ਼ਾ ਕਰੀ ਜਾਂਦਾ। ਉਹ ਇੱਕ ਪੈਕੇਜ ਦਵਾਈ ਮਾਫਕ। ਪਰ ਮੈਂ ਤੁਹਾਨੂੰ ਦੱਸਿਆ ਪਰਮੇਸ਼ਵਰ ਦੇ ਹਜ਼ੂਰੇ ਚੋਰੀ 1 ਰੁਪਏ ਦੀ ਉਹ ਚੋਰੀ ਗਿਣੀ ਜਾਣੀ। ਤੁਸੀਂ ਤੇ ਮੈਂ ਛੱਡ ਸਕਦੇ ਆ, ਜਦੋਂ 1 ਰੁਪਏ ਆਇਆ ਕੋਈ ਗੱਲ ਨਹੀਂ, ਪਰ ਰੱਬ ਛੱਡਣ ਵਾਲਾ ਨਹੀਂ। ਉਹ ਕਹਿੰਦਾ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਆ, ਅੰਗ ਸੰਗ ਆ, ਨਾ ਕਦੀ ਛੱਡਦਾ ਤੇ ਨਾ ਕਦੀ। ਤੇ ਉਹ ਚੋਰ ਨੂੰ ਵੀ ਛੱਡੇਗਾ ਨਹੀਂ, ਬਖਸ਼ੇਗਾ ਨਹੀਂ। ਨਰਕ ਦੇ ਵਿੱਚ ਉਹਦਾ ਹਿੱਸਾ ਹੋਵੇ। ਜਿਹੜੇ ਅੱਜ ਕੱਲ੍ਹ ਕਰਦੇ ਨਾ ਜੌਬ ਤੇ ਬਿਜ਼ਨਸ ਦੇ ਵਿੱਚ ਕੰਮਾਂ ਕਰਦੇ ਹਨ, ਚੀਜ਼ ਆਈ 5 ਰੁਪਏ ਦੀ 15 ਰੁਪਏ ਦੀ ਆਈ ਹੈ, 10 ਰੁਪਏ ਦੀ ਦੇ ਵਿੱਚ। ਇਹ ਵਾਲੇ ਲੋਕ ਵੀ ਨਰਕ ਦੇ ਵਿੱਚ ਜਾਣਗੇ। ਮਾਫ ਕਰਨਾ, ਪਰ ਬਾਈਬਲ ਇਸ ਚੀਜ਼ ਨੂੰ ਕਹਿੰਦਾ, ਮੈਂ ਨਹੀਂ ਕਹਿੰਦਾ। ਹਾਲੇਲੂਇਆ। ਕਿੰਨਿਆਂ ਨੂੰ ਸਮਝ ਆ ਰਹੀ? ਸਮਝ ਆ ਰਹੀ ਹੈ? ਕਹਿੰਦੇ ਅੱਜ ਦਾ ਦਿਨ ਯਹੋਵਾ ਨੇ ਬਣਾਇਆ ਆ। ਹਾਂਜੀ ਇਹ ਦਿਨ ਯਹੋਵਾ ਨੇ ਬਣਾਇਆ, ਹਾਂਜੀ ਉਸ ਵਿੱਚ ਅਸੀਂ ਬਾਗ ਤੇ ਆਨੰਦ ਹੋਈਏ। ਕਹਿੰਦੇ ਅੱਜ ਦਾ ਦਿਨ ਯਹੋਵਾ ਨੇ ਬਣਾਇਆ ਆ, ਇਹਦੇ ਵਿੱਚ ਅਸੀਂ ਬਾਗ ਤੇ ਆਨੰਦ ਹੋਈਏ। ਹਰ ਰੋਜ਼ ਸਾਡੇ ਲਈ ਇਸ ਤਰੀਕੇ ਦਾ ਹੋਣਾ ਚਾਹੀਦਾ ਆ। ਦਿਨ ਤਾਂ ਪਰਮੇਸ਼ਵਰ ਨੇ ਬਣਾ ਦਿੱਤਾ ਔਰ ਉਹਨੂੰ ਬਿਤਾਉਣ ਦੇ ਲਈ ਸਾਨੂੰ ਜ਼ਿੰਦਗੀ ਵੀ ਬਖਸ਼ ਦਿੱਤੀ। ਪਰ ਅੱਜ ਦੇ ਇਨਸਾਨ ਦੇ ਕੋਲ ਟਾਈਮ ਨਹੀਂ ਹੈ। ਉਹ ਫਟਾਫਟ ਸਵੇਰੇ ਉੱਠ ਕੇ ਕੰਮ ਤੇ ਜਾਣ ਦੀ ਕਾਹਲੀ ਹੁੰਦੀ ਆ। ਰੱਬ ਦਾ ਸ਼ੁਕਰ ਕਰਨ ਦਾ ਵੀ ਟਾਈਮ ਨਹੀਂ ਉਹਦੇ ਕੋਲ।
ਸ਼ਾਮ ਨੂੰ ਜਦੋਂ ਘਰ ਆਉਂਦਾ ਆ ਬੰਦਾ, ਉਦੋਂ ਥੱਕਿਆ ਟੁੱਟਿਆ ਹੁੰਦਾ ਆ, ਉਦੋਂ ਵੀ ਧੰਨਵਾਦ ਕਰਨ ਦਾ ਟਾਈਮ ਨਹੀਂ। ਕਹਿੰਦੇ ਅੱਜ ਦਾ ਦਿਨ ਖੁਦਾ ਨੇ ਬਣਾਇਆ ਆ, ਇਹਦੇ ਵਿੱਚ ਅਸੀਂ ਬਾਗ ਹੋਈਏ ਤੇ ਆਨੰਦ ਮਨਾਈਏ। ਕਿ ਸਾਡੇ ਕੋਲ ਟਾਈਮ ਹੈ? ਮੈਂ ਦੇਖਿਆ ਆ, ਮੇਰੀ ਅਜ਼ਮਾਈ ਹੋਈ ਗੱਲ ਆ ਕਿ ਜਦੋਂ ਬੰਦਾ ਦੁੱਖਾਂ ਦੇ ਵਿੱਚ ਹੁੰਦਾ ਨਾ, ਉਹ ਫਿਰ ਰੱਬ ਨੂੰ ਲੱਭਦਾ ਹੈ। ਉਹ ਜਦੋਂ ਰੱਬ ਲੱਭ ਜਾਂਦਾ, ਸੁੱਖ ਦੀ ਜ਼ਿੰਦਗੀ 'ਚ ਆ ਜਾਂਦਾ ਨਾ, ਫਿਰ ਉਹਦੇ ਕੋਲੋਂ ਟਾਈਮ ਦੀ ਕਮੀ ਹੋ ਜਾਂਦੀ ਹੈ। ਉਹ ਸੁੱਖਾਂ 'ਚ ਇੰਨਾ ਬਿਜ਼ੀ ਹੋ ਜਾਂਦਾ ਹੈ, ਸੁੱਖ ਮੰਨਣ ਦੇ ਵਿੱਚ ਆਨੰਦਿਤ ਇੰਨਾ ਹੋ ਜਾਂਦਾ ਆ ਕਿ ਉਹਦੇ ਕੋਲ ਰੱਬ ਦੇ ਲਈ ਟਾਈਮ ਨਹੀਂ। ਅੱਜ ਇਹੀ ਕੁਝ ਚੱਲਦਾ ਪਿਆ, ਅੱਜ ਇਹੀ ਕੁਝ ਚੱਲਦਾ ਪਿਆ ਇਨਸਾਨ ਦੀ ਜ਼ਿੰਦਗੀ ਦੇ ਵਿੱਚ। ਉਹਦੇ ਕੋਲ ਸ਼ੁਕਰ ਕਰਨ ਦਾ ਵੀ ਟਾਈਮ ਨਹੀਂ ਕਿ ਗੋਡੇ ਟੇਕ ਕੇ ਧਿਆਨ ਲਗਾਵੇ ਰੱਬ ਦੇ ਵੱਲ। 15-20 ਮਿੰਟ ਵੀ ਉਹਦੇ ਕੋਲ ਟਾਈਮ ਨਹੀਂ ਹੈ ਕਿ ਸਵੇਰ ਦਾ ਦਿਨ ਦਿਖਾਇਆ ਪਰਮੇਸ਼ਵਰ ਨੇ ਕਿ ਉਹਦਾ ਸ਼ੁਕਰਾਨਾ ਕਰ ਦੇਵੇ ਬੰਦਾ ਬੈਠ ਕੇ। ਇਨਸਾਨ ਚਾਹੇ ਤਾਂ ਬਹੁਤ ਕੁਝ ਕਰ ਸਕਦਾ ਹੈ, ਜੇ ਢੀਠ ਹੋ ਕੇ ਬੈਠੇ ਰਹਿਣਾ ਤੇ ਉਹਦੀ ਆਪਣੀ ਮਰਜ਼ੀ ਹੈ। ਜੇ ਸਾਨੂੰ ਲੱਗਦਾ ਹੈ ਕਿ ਅਸੀਂ ਜੌਬ ਤੋਂ ਲੇਟ ਹੋ ਰਹੇ ਹਾਂ, ਦੁਆ ਸਾਡੇ ਕੋਲ ਪ੍ਰਾਰਥਨਾ ਕਰਨ ਦਾ ਟਾਈਮ ਨਹੀਂ, ਧਿਆਨ ਦੇਣ ਦਾ ਟਾਈਮ ਨਹੀਂ ਹੈ, ਧਿਆਨ ਲਗਾਉਣ ਦਾ ਟਾਈਮ ਨਹੀਂ ਹੈ, ਤੇ ਅਸੀਂ ਸਵੇਰ ਜਲਦੀ ਵੀ ਉੱਠ ਸਕਦੇ ਹਾਂ। ਜੇ ਅਸੀਂ 8 ਵਜੇ ਉੱਠਦੇ ਤਾਂ 7 ਵਜੇ ਉੱਠ ਕੇ 1 ਘੰਟਾ ਅਸੀਂ ਧਿਆਨ ਲਗਾ ਸਕਦੇ ਹਾਂ। ਜਿਵੇਂ ਸੱਚ ਬੋਲਣਾ, ਜਿਹੜੇ ਜਾਗਦੇ ਹੋ ਹੱਥ ਦਿਖਾਣ ਜਾ, ਕਈ ਵਾਰ ਦੁਪਹਿਰ ਨੂੰ ਵੀ ਨੀਂਦ ਆ ਜਾਂਦੀ ਬੰਦੇ ਨੂੰ, ਮੈਂ ਦੇਖਿਆ। ਹਾਲੇਲੂਇਆ। ਹਾਂਜੀ, ਪੜ੍ਹੀਏ ਜਰਾ ਕਰਾਂ ਰੈਫਰੈਂਸ। ਬਸ ਅਸੀਂ ਬਹੁਤ ਫਿਨਿਸ਼ ਕਰਨ ਦੇ ਕਦਾਰ ਤੇ ਆ। ਤੀਸਰਾ ਯਹੋਨਾ ਦਾ ਪੱਤਰੀ ਖੋਲੀਏ ਜਰਾ, ਜਲਦੀ ਪੜ੍ਹ ਲੀजिए। ਤੀਸਰਾ ਯਹੋਨਾ ਦਾ ਪੱਤਰੀ, ਉਹਦਾ 1 ਨੰਬਰ ਅਧਿਆਇ ਔਰ ਉਹਦਾ 2 ਨੰਬਰ ਪੰਕਤੀ। ਇਧਰੋਂ ਪੜ੍ਹ ਅੱਛਾ ਲੋ ਯਹੋਨਾ ਦੀ ਤੀਸਰੀ ਪੱਤਰੀ ਔਰ ਉਹਦਾ 1 ਨੰਬਰ ਅਧਿਆਇ ਔਰ ਉਹਦਾ 2 ਨੰਬਰ ਪੰਕਤੀ। ਹਾਂਜੀ, 1 ਨੰਬਰ ਅਧਿਆਇ ਔਰ ਉਹਦਾ 2 ਨੰਬਰ ਪੰਕਤੀ। ਹਾਂਜੀ, ਪਿਆਰਿਆ ਹਾਂ, ਮੈਂ ਇਹ ਪ੍ਰਾਰਥਨਾ ਕਰਦਾ ਹਾਂ। ਪਿਆਰਿਆ ਕਹਿੰਦਾ ਹੈ ਮੈਂ ਪ੍ਰਾਰਥਨਾ ਕਰਦਾ। ਕੌਣ ਕਹਿੰਦਾ? ਇਹ ਪਰਮੇਸ਼ਵਰ ਦਾ ਬੰਦਾ ਆ, ਰੱਬ ਦਾ ਚੇਲਾ ਆ, ਜਿਹਦਾ ਨਾਮ ਯਹੋਨਾ ਆ। ਉਹ ਤੁਹਾਡੇ ਮੇਰੇ ਲਈ ਇਹ ਮੈਸੇਜ ਭੇਜਦਾ ਆ। ਕਹਿੰਦਾ ਪਿਆਰਿਆ ਕੀ ਕਰਨਾ? ਮੈਂ ਪ੍ਰਾਰਥਨਾ ਕਰਦਾ ਹਾਂ। ਕਹਿੰਦਾ ਮੈਂ ਪ੍ਰਾਰਥਨਾ ਕਰਦਾ ਆ ਰੱਬ ਦੇ ਅੱਗੇ, ਭਾਈ ਹਾਂਜੀ, ਜਿਵੇਂ ਤੇਰੀ ਜਾਨ ਸੁਖ ਸਤਾਨ ਨਾਲ ਹੈ, ਸੁਖ ਸਾਂਝ ਦੇ ਨਾਲ ਹੈਗੀ ਆ। ਹੁਣ ਕਹਿੰਦਾ ਮੈਂ ਰੱਬ ਦੇ ਅੱਗੇ ਪ੍ਰਾਰਥਨਾ ਕਰਦਾ ਆ ਕਿ ਜਿਵੇਂ ਤੇਰੀ ਜਾਨ ਅੱਜ ਸੁਖ ਸਾਂਝ ਦੇ ਵਿੱਚ ਹੈਗੀ ਆ, ਤਿਵੇਂ ਤੂੰ ਸਭਨੀ ਗੱਲੀ, ਤਿਵੇਂ ਤੂੰ ਸਾਰੀਆਂ ਗੱਲਾਂ ਦੇ ਵਿੱਚ ਸੁਖ ਸਾਧ ਨਾਲ, ਸੁਖ ਸਾਂਝ ਦੇ ਨਾਲ ਅਤੇ ਨਿਰੋਇਆ ਰਹਿ। ਔਰ ਨਿਰੋਇਆ ਰਵੇ ਸਾਰੀਆਂ ਗੱਲਾਂ ਦੇ ਵਿੱਚ। ਅੱਜ ਕੁਝ ਲੋਕਾਂ ਦੇ ਕੋਲੋਂ ਅਮੀਰੀ ਤਾਂ ਹੈਗੀ ਆ ਪਰ ਤੰਦਰੁਸਤੀ ਨਹੀਂ ਹੈ। ਕੁਝ ਲੋਕਾਂ ਦੇ ਕੋਲੋਂ ਇਨਸਾਨਾਂ ਦਾ ਫੇਵਰ ਬਹੁਤ ਆ ਪਰ ਰੱਬ ਦਾ ਫੇਵਰ ਨਹੀਂ ਹੈ। ਉਹ ਇੱਕ ਆਵਾਜ਼ ਲਗਾਉਣ ਤੇ ਲੋਕ ਬੜੇ ਇਕੱਠੇ ਹੋ ਜਾਣ ਉਹਨਾਂ ਦੇ ਨਾਲ, ਪਰ ਜੇ ਉਹ ਪ੍ਰਾਰਥਨਾ ਕਰਨ ਕਿ ਰੱਬ ਉੱਤਰ ਆਵੇ ਉਹਨਾਂ ਦੇ ਲਈ। ਕਹਿੰਦਾ ਪਿਆਰਿਆ ਮੈਂ ਤੇਰੇ ਲਈ ਪ੍ਰਾਰਥਨਾ ਕਰਦਾ, ਤੁਹਾਡੇ ਸਾਰਿਆਂ ਦੇ ਲਈ ਪ੍ਰਾਰਥਨਾ ਕਰਦਾ ਕਿ ਜਿੱਦਾਂ ਤੁਸੀਂ ਇੱਕ ਪਾਸੇ ਸੁੱਖ ਸਾਂਝ ਦੇ ਨਾਲ ਵੱਸਦੇ ਆ, ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਪਾਸਿਓਂ ਕਹਿੰਦਾ ਸੁੱਖ ਸਾਂਝ ਦੇ ਨਾਲ ਵੱਸੋ ਔਰ ਨਰੋਏ ਰਹੋ, ਬਿਮਾਰੀ ਤੋਂ ਰਹਿਤ ਰਹੋ। ਇਹ ਕਦੋਂ ਹੋਏਗਾ? ਜਦੋਂ ਅੱਛੀ ਸਿੱਖਿਆ ਲਈ ਜਾਏਗੀ ਬੱਚੇ ਦੇ ਪ੍ਰਤੀ, ਮਾਂ-ਬਾਪ ਦੇ ਪ੍ਰਤੀ, ਇਨਸਾਨ ਦੇ ਪ੍ਰਤੀ। ਜਦੋਂ ਅੱਛੀ ਸਿੱਖਿਆ ਨੂੰ ਅਸੀਂ ਆਪਣੇ ਨਾਲ ਬੰਨ ਲਿਆ, ਬਾਈਬਲ ਚ ਅਸੀਂ ਪੜ੍ਹਿਆ, ਕਹਿੰਦਾ ਤੇਰੇ ਦਿਲ ਤੋਂ ਦੂਰ ਨਹੀਂ ਹੋਣੇ ਚਾਹੀਦੀਆਂ ਇਹ ਜਿਹੜੀਆਂ ਗੱਲਾਂ ਆ, ਮਾਤਾ ਪਿਤਾ ਤੈਨੂੰ ਸਿਖਾਉਣ। ਕਹਿੰਦਾ ਤੇਰੇ ਗਲੇ ਦੇ ਨਾਲ ਰਹਿਣੇ ਚਾਹੀਦੀਆਂ ਆ ਕਿ ਤੂੰ ਜਿੱਥੇ ਕਿਤੇ ਵੀ ਜਾਵੇਂ ਤੇਰੀ ਅਗਵਾਈ ਕਰਨਗੀਆਂ। ਹਾਲੇਲੂਇਆ। ਕਹਿੰਦਾ ਪਿਆਰਿਆ ਮੈਂ ਪ੍ਰਾਰਥਨਾ ਕਰਦਾ ਆ ਕਿ ਜਿੱਦਾਂ ਤੂੰ ਸੁੱਖ ਸਾਂਝ ਦੇ ਨਾਲ ਵੱਸਦਾ ਪਿਆ ਆ, ਆਉਣ ਵਾਲੇ ਟਾਈਮ ਦੇ ਵਿੱਚ ਵੀ ਚਾਰੇ ਪਾਸਿਓਂ ਤੂੰ ਸੁੱਖ ਸਾਂਝ ਦੇ ਵਿੱਚ ਰਵੇਂ ਔਰ ਨਰੋਇਆ ਰਵੇ, ਬਿਮਾਰੀ ਤੋਂ ਰਹਿਤ ਰਵੇ, ਪਰੇਸ਼ਾਨੀਆਂ ਤੋਂ ਰਹਿਤ ਰਵੇ। ਕਹਿੰਦਾ ਇਹ ਮੇਰੀ ਪ੍ਰਾਰਥਨਾ ਆ ਕਿ ਇਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਧਾਰਮਿਕਤਾ ਦੇ ਨਾਲ ਸੰਬੰਧ ਆ, ਜਿਨ੍ਹਾਂ ਦਾ ਰੱਬ ਦੇ ਨਾਲ ਰਿਸ਼ਤਾ ਥੋੜਾ ਗੂੜਾ ਆ,
ਜਿੱਦਾਂ ਬਾਪ ਕੰਮ ਤੋਂ ਆਉਂਦਾ ਔਰ ਬੱਚੇ ਦੇ ਨਾਲ ਸਮੇਂ ਬਿਤਾਉਣਾ ਚੰਗਾ ਸਮਝਦਾ, ਬੱਚੇ ਮਾਂ-ਬਾਪ ਦੇ ਨਾਲ ਸਮੇਂ ਬਿਤਾਉਣਾ ਚੰਗਾ ਸਮਝਦੇ ਆ, ਪਰ ਉਸ ਫੈਮਿਲੀ ਨੂੰ ਚਾਹੀਦਾ ਆ ਕਿ ਸਾਰੀ ਫੈਮਿਲੀ ਰੱਬ ਦੇ ਨਾਲ ਵੀ ਸਮੇਂ ਬਿਤਾਵੇ। ਹਾਲੇਲੂਇਆ। ਹਾਂਜੀ, ਪੜ੍ਹੀ ਅਗਲਾ ਰੈਫਰੈਂਸ ਜਦੋਂ ਤੁਸੀਂ ਯਰਮਾਇਆ ਦਾ ਪੁਸਤਕ ਖੋਲੋਗੇ ਮੇਰੇ ਨਾਲ, ਉਹਦਾ 29 ਨੰਬਰ ਅਧਿਆਇ ਔਰ ਉਹਦਾ 11 ਨੰਬਰ ਪੰਕਤੀ। ਹਾਂਜੀ, ਯਰਮਾਇਆ ਦਾ ਪੁਸਤਕ ਉਹਦਾ 29 ਨੰਬਰ ਅਧਿਆਇ, ਹਾਂ ਉਹਦਾ 11 ਨੰਬਰ। यरमाया का पुस्तक ओदा 29 नंबर अध्याय ओदा 11 नंबर। सुनना बड़े ध्यान दे नाल। अगर बच्चे ਨੂੰ अच्छी शिक्षा दवांगे, बच्चे ਦਾ ध्यान रखांगे, ਉਹਦਾ ਅੰਦਰ ਬਾਹਰ ਆਉਣ ਜਾਣ ਦੇ ਵਿੱਚ, ਫਿਰ ਕੀ ਹੋਵੇਗਾ? ਰੱਬ ਦੇ ਵੱਲੋਂ ਫੇਵਰ ਮਿਲੇਗਾ। ਕਿਹੜਾ ਫੇਵਰ ਮਿਲੇਗਾ? ਹਾਂਜੀ ਪੜ੍ਹੀਏ ਜੀ। ਮੈਂ ਤਾਂ ਆਪਣੀਆਂ ਸੋਚਾਂ ਨੂੰ, ਇਹ ਪਰਮੇਸ਼ਵਰ ਇਨਸਾਨ ਦੇ ਪ੍ਰਤੀ ਬੋਲਦੇ ਪਏ ਆ, ਕਹਿੰਦੇ ਮੈਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਹਾਂਜੀ ਤੁਹਾਡੇ ਵਿਖੇ ਸੋਚਦਾ ਹਾਂ, ਜਿਹੜੀਆਂ ਕਹਿੰਦੇ ਇਨਸਾਨ ਦੇ ਪ੍ਰਤੀ ਮੈਂ ਸੋਚਦਾ ਆ, ਜਾਣਦਾ ਹਾਂ, ਔਰ ਮੈਂ ਜਾਣਦਾ ਵੀ ਹਾਂ ਵੀ ਮੈਂ ਕੀ ਸੋਚਦਾ ਪਿਆ ਆ। ਹਾਂਜੀ, ਯਹੋਵਾ ਦਾ ਵਾਕ ਹੈ, ਇਹ ਪਰਮੇਸ਼ਵਰ ਯਹੋਵਾ ਦਾ ਵਾਕ ਆ। ਸ਼ਾਂਤੀ ਦੀਆਂ ਸੋਚਾਂ, ਕਹਿੰਦੇ ਮੈਂ ਜਿਹੜੀਆਂ ਸੋਚਾਂ ਇਨਸਾਨ ਦੇ ਪ੍ਰਤੀ ਸੋਚਦਾ, ਜਿਹੜੇ ਧਰਤੀ ਦੇ ਉੱਪਰ ਆ, ਜਿਹੜੇ ਧਾਰਮਿਕਤਾ ਦੇ ਨਾਲ ਸੰਬੰਧ ਰੱਖਦੇ ਆ, ਜਿਨ੍ਹਾਂ ਦੇ ਮੂੰਹ ਤੇ ਗਾਲ ਨਹੀਂ ਆ, ਜਿਨ੍ਹਾਂ ਦੇ ਮੂੰਹ ਤੇ ਚੁਗਲੀ ਨਹੀਂ ਆ, ਜਿਨ੍ਹਾਂ ਦੇ ਮੂੰਹ ਤੇ ਨਿੰਦਿਆ ਨਹੀਂ ਆ, ਜਿਹੜੀ ਜ਼ੁਬਾਨ ਇੱਕੋ ਹੀ ਸ਼ਬਦ ਬੋਲਦੀ ਆ। ਪਵਿੱਤਰ ਬਾਈਬਲ 'ਚ ਲਿਖਿਆ, ਇੱਕ ਨਲ ਚੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲ ਸਕਦਾ। ਜਦੋਂ ਅਸੀਂ ਆਪਣੇ ਘਰਾਂ ਦੀਆਂ ਟੂਟੀਆਂ ਚਲਾਉਂਦੇ, ਉਸ ਤੋਂ ਦੋ ਤਰ੍ਹਾਂ ਦਾ ਪਾਣੀ ਨਿਕਲਦਾ ਨਹੀਂ। ਫਿਰ ਸਾਡੀ ਜ਼ੁਬਾਨ ਤੋਂ ਕਿੱਦਾਂ ਅਸੀਂ ਗਾਲਾਂ ਵੀ ਕੱਢੀਏ ਔਰ ਰੱਬ ਦਾ ਸ਼ੁਕਰ ਵੀ ਕਰੀਏ। ਔਰ ਜਿਹੜਾ ਇਦਾਂ ਕਰਦਾ ਹੈ ਉਹਦਾ ਧਾਰਮਿਕਤਾ ਦੇ ਨਾਲ ਕੋਈ ਸੰਬੰਧ ਨਹੀਂ। ਪਵਿੱਤਰ ਬਾਈਬਲ ਕਹਿੰਦਾ ਸ਼ਰਾਬੀ ਔਰ ਗਾਲਾਂ ਕੱਢਣ ਵਾਲਾ ਪਰਮੇਸ਼ਵਰ ਦੇ ਰਾਜ ਦਾ ਅਧਿਕਾਰੀ ਨਹੀਂ। ਇਹ ਬੰਦੇ ਦੇ ਲਈ ਨਹੀਂ ਆ, ਬੀਬੀਆਂ ਦੇ ਲਈ ਵੀ। ਜਦੋਂ ਲੜਦੀਆਂ ਉਦੋਂ ਪਤਾ ਲੱਗਦਾ। ਮਾਫ ਕਰ, ਜਦੋਂ ਕਿਸੇ ਦੇ ਗੇਟ ਤੇ ਅੱਗੇ ਕੁੱਤਾ ਰੱਖਿਆ ਹੋਵੇ ਤੇ ਝਾੜੂ ਦੇ ਟਾਈਮ ਤੇ ਉਹਨਾਂ ਨੂੰ ਫਿਰ ਸਭ ਯਾਦ ਆ ਜਾਂਦਾ। ਪਰਮੇਸ਼ਵਰ ਕਹਿੰਦੇ ਆ ਮੈਂ ਸੋਚਦਾ ਮੈਂ ਤੁਹਾਡੇ ਲਈ ਇੱਕ ਅੱਛਾ ਪਲਾਨ ਰੱਖਿਆ ਹੋਇਆ ਆ। ਕਹਿੰਦੇ ਮੈਨੂੰ ਪਤਾ ਮੈਂ ਤੁਹਾਡੇ ਪ੍ਰਤੀ, ਇਨਸਾਨ ਦੇ ਪ੍ਰਤੀ ਮੈਂ ਕੀ ਸੋਚਦਾ ਪਿਆ ਆ। ਚੰਗਾ ਸੋਚਦਾ ਹੈ, ਕਹਿੰਦੇ ਤੁਹਾਡੇ ਲਈ ਮੈਂ ਮਾੜਾ ਨਹੀਂ ਸੋਚਦਾ। ਜਿੱਦਾਂ ਅਸੀਂ ਮਾਂ-ਬਾਪ ਆਪਣੇ ਬੱਚਿਆਂ ਦੇ ਪ੍ਰਤੀ ਬੁਰਾ ਨਹੀਂ ਸੋਚਦੇ ਜਾਂ ਬੁਰਾ ਨਹੀਂ ਚਾਹੁੰਦੇ, ਇੱਥੇ ਕਹਿੰਦੇ ਮੈਂ ਤੁਹਾਡਾ ਪਰਮੇਸ਼ਵਰ ਆ, ਤੁਹਾਡਾ ਮਾੜਾ ਨਹੀਂ ਕਦੀ ਚਾਹੁੰਦਾ। ਅਗਰ ਇਨਸਾਨ ਦੀ ਜ਼ਿੰਦਗੀ 'ਚ ਮਾੜਾ ਹੁੰਦਾ ਤੇ ਉਹਦੀ ਕਰਨੀਆਂ ਦਾ ਰਿਜ਼ਲਟ ਉਹਨੂੰ ਮਿਲਦਾ ਹੈ। ਜਦੋਂ ਬੁਰਾ ਬੋਲਦਾ, ਬੁਰਾ ਸੁਣਦਾ, ਬੁਰਾ ਦੇਖਦਾ, ਬੁਰਾ ਕਰਦਾ, ਉਹਦਾ ਰਿਜ਼ਲਟ ਉਹਨੂੰ ਮਿਲਦਾ ਹੈ। ਕਹਿੰਦੇ ਪਰ ਮੈਂ ਤੁਹਾਡੇ ਲਈ ਅੱਛਾ ਰੱਖਿਆ ਆ, ਗੁੱਡ ਥਿੰਗਸ ਰੱਖੀਆਂ ਹੋਈਆਂ ਤੁਹਾਡੇ ਲਈ ਮੈਂ। ਇਹ ਪਰਮੇਸ਼ਵਰ ਦਾ ਵਾਕ ਆ। ਹਾਂਜੀ, ਕਿਹੜੀਆਂ? ਚੰਗੀਆਂ ਸੋਚਾਂ, ਚੰਗੀਆਂ ਸੋਚਦਾ ਹਾਂ, ਚੰਗੀਆਂ ਸੋਚਾਂ ਸੋਚਦਾ ਆ। ਕਹਿੰਦੇ ਮਾੜੀਆਂ ਨਹੀਂ। ਤੁਹਾਡੇ ਪ੍ਰਤੀ ਪਰਮੇਸ਼ਵਰ ਮਾੜੀ ਸੋਚ ਨਹੀਂ ਰੱਖਦੇ ਆ। ਹਾਂਜੀ, ਜਾਣਦਾ ਹਾਂ ਯਹੋਵਾ ਦਾ ਵਾਕ ਹੈ, ਹਾਂਜੀ, ਸ਼ਾਂਤੀ ਦੀਆਂ ਸੋਚਾਂ, ਸ਼ਾਂਤੀ ਦੀਆਂ ਸੋਚਾਂ, ਬੁਰਾਈ ਦੀਆਂ ਨਹੀਂ, ਬੁਰਾਈ ਦੀਆਂ ਨਹੀਂ। ਭਾਈ ਮੈਂ ਤੁਹਾਨੂੰ ਛੇਕਣ ਨੂੰ ਹਾਂਜੀ ਆਸ ਦੁਆਵਾਂ। ਤੇ ਮੈਂ ਤੁਹਾਨੂੰ ਛੇਕਣ ਨੂੰ ਆਸ ਦੁਆਵਾਂ, ਮਤਲਬ ਆਉਣ ਵਾਲੇ ਟਾਈਮ ਦੇ ਵਿੱਚ, ਫਿਊਚਰ ਦੇ ਵਿੱਚ ਮੈਂ ਜੋ ਪਲਾਨ ਤੁਹਾਡੇ ਲਈ ਸੋਚੇ ਆ, ਮੈਂ ਜੋ ਬਰਕਤਾਂ ਤੁਹਾਡੇ ਲਈ ਸੋਚੀਆਂ ਆ, ਮੈਂ ਜੋ ਬਲੇਸਿੰਗਸ ਤੁਹਾਡੀ ਜ਼ਿੰਦਗੀ ਦੇ ਉੱਪਰ ਰਿਲੀਜ਼ ਕਰਨ ਨੂੰ ਸੋਚਿਆ ਆ, ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਪ੍ਰਾਪਤ ਕਰੋ। ਪਰ ਇਹ ਧਾਰਮਿਕਤਾ ਨੂੰ ਪਹਿਨਣਾ ਪੈਣਾ ਆ, ਫਿਰ ਖੁਦਾਵੰਦ ਯਹੋਵਾ ਪਰਮੇਸ਼ਵਰ ਦੇ ਪਲਾਨ ਸਾਡੀ ਜ਼ਿੰਦਗੀਆਂ 'ਚ ਹੁੰਦੇ ਹੋਏ। ਹਾਲੇਲੂਇਆ। ਐਵੇਂ ਨਹੀਂ, ਬੜਾ ਈਜ਼ੀ ਨਹੀਂ ਆ ਧਾਰਮਿਕਤਾ ਦੇ ਵਿੱਚ ਚੱਲਣਾ, ਪਵਿੱਤਰਤਾਈ ਦੇ ਵਿੱਚ ਬਣੇ ਰਹਿਣਾ। ਇੰਨਾ ਸੌਖਾ ਨਹੀਂ ਆ ਜਿੰਨਾ ਬੋਲਣਾ ਸੌਖਾ ਆ, ਜਾਂ ਜਿੰਨਾ ਪੜ੍ਹਨਾ ਸੌਖਾ ਆ, ਉਹਨਾਂ ਪ੍ਰੈਕਟੀਕਲ ਕਰਨਾ ਬੜਾ ਔਖਾ ਆ। ਔਰ ਜਿਹਨੇ ਪ੍ਰੈਕਟੀਕਲ ਕਰ ਲਿਆ ਉਹਦੀ ਜ਼ਿੰਦਗੀ ਤੋਂ ਪਤਾ ਲੱਗਦਾ ਕਿ ਉਹਦੇ ਉੱਪਰ ਰੱਬ ਦੀ ਕਿਰਪਾ ਹੈ। ਉਹਦੇ ਚਿਹਰੇ ਤੋਂ ਪਤਾ ਲੱਗਦਾ ਜਦੋਂ ਰੱਬ ਦਾ ਪ੍ਰਕਾਸ਼ ਉਹਦੇ ਉੱਪਰ ਹੁੰਦਾ ਹੈ। ਹਾਲੇਲੂਇਆ। ਕਿੰਨੇ ਸਮਝ ਮਾਰੇ? ਕਹਿੰਦੇ ਪਰਮੇਸ਼ਵਰ ਆਪਣੇ ਮੁਖੜੇ ਦਾ ਪ੍ਰਕਾਸ਼ ਸਾਡੇ ਤੇ ਚਮਕਾ। ਔਰ ਪਤਾ ਲੱਗਦਾ ਹੈ ਜਿਹੜਾ ਬੰਦਾ ਪ੍ਰਾਰਥਨਾ 'ਚ ਰਹਿੰਦਾ,
ਜਿਹੜਾ ਬੰਦਾ ਧਾਰਮਿਕਤਾ ਦੇ ਨਾਲ ਰਹਿੰਦਾ, ਬਾਈਬਲ ਦੇ ਵਿੱਚ ਬਣਿਆ ਰਹਿੰਦਾ, ਉਹਦੀ ਜ਼ਿੰਦਗੀ ਤੋਂ ਪਤਾ ਲੱਗਦਾ, ਉਹਦੀ ਬੋਲਬਾਣੀ ਤੋਂ ਪਤਾ ਲੱਗਦਾ ਹੈ। ਹਾਂਜੀ ਪੜ੍ਹੀਏ, ਹੋ ਗਿਆ ਕੰਪਲੀਟ? ਕਿਆ ਨੰਬਰ? ਲਾਸਟ ਵਰਸ ਪੜ੍ਹਨੀ ਹੈ ਅਸੀਂ ਹੁਣ, ਵਿਵਸਥਾ ਸਾਰ। ਅੱਜ ਦੇ ਵਚਨ ਦਾ ਨਿਚੋੜ ਜਿਹੜਾ ਹੈ ਮੈਂ ਕਨਕਲੂਜਨ ਕੱਢਦੇ ਆ, ਵਿਵਸਥਾ ਸਾਰ ਉਹਦਾ 6 ਨੰਬਰ ਅਧਿਆਇ। ਵਿਵਸਥਾ ਸਾਰ ਉਹਦਾ 6 ਨੰਬਰ ਅਧਿਆਇ, ਉਹਦਾ 4 ਤੋਂ 7 ਨੰਬਰ ਪੰਕਤੀ ਤੱਕ ਪੜ੍ਹਨਾ। ਹਾਂਜੀ हे इस्राएल, ਹਾਂਜੀ सुनो, यहोवा साडा ਹਾਂਜੀ परमेश्वर कहता है, हे इस्राएल सुनो, हे परमेश्वर के लोगों सुनो। हाँ जी, यहोवा साडा परमेश्वर यहोवा साडा परमेश्वर इको ही यहोवा है। एको ही यहोवा है। तुसी यहोवा अपने हाँ जी, परमेश्वर ਨੂੰ ਆਪਣੇ ਸਾਰੇ ਮਨ, ਤੁਸੀਂ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ ਦੇ ਨਾਲ, ਆਪਣੀ ਸਾਰੀ ਜਾਨ ਆਪਣੀ ਸਾਰੀ ਜਾਨ ਦੇ ਨਾਲ ਅਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ। ਔਰ ਆਪਣੇ ਸਾਰੇ ਜ਼ੋਰ ਦੇ ਨਾਲ ਕੀ ਕਰਨਾ ਆ? ਪਿਆਰ ਸੰਗਤ ਬੋਲੇ ਜਰਾ, ਕੀ ਕਰਨਾ? ਕੀ ਕਰਨਾ ਆ? ਪਿੱਛੋਂ ਆਵਾਜ਼ ਨਹੀਂ ਆ ਰਹੀ ਮੈਨੂੰ। ਕੀ ਕਰਨਾ ਆ? ਰੱਬ ਨੂੰ ਪਿਆਰ ਕਰਨਾ ਆ, ਆਪਣੀ ਸਮਝ ਦੇ ਨਾਲ, ਆਪਣੀ ਬੁੱਧ ਦੇ ਨਾਲ, ਆਪਣੀ ਸ਼ਕਤੀ ਦੇ ਨਾਲ ਰੱਬ ਨੂੰ ਪਿਆਰ ਕਰਨਾ ਆ। ਕਹਿੰਦੇ ਮੈਂ ਤੁਹਾਡਾ ਪਰਮੇਸ਼ਵਰ ਆ, ਕਹਿੰਦੇ ਤੁਸੀਂ ਮੈਨੂੰ ਪਿਆਰ ਕਰਨਾ ਆ ਪੂਰੀ ਜ਼ੋਰ ਦੇ ਨਾਲ, ਪੂਰੀ ਬੁੱਧ ਦੇ ਨਾਲ, ਪੂਰੀ ਆਪਣੀ ਸਮਝ ਦੇ ਨਾਲ। ਤੁਸੀਂ ਆਪਣੇ ਰੱਬ ਨੂੰ ਪਿਆਰ ਕਰਨ ਵਾਲੇ ਬਣਨਾ ਆ, ਤੇ ਫਿਰ ਕੀ ਹੋਏਗਾ? ਹਾਂਜੀ ਪੜ੍ਹੀਏ। ਸਾਰੀ ਜਾਨ ਅਤੇ ਆਪਣੀ ਸਾਰੇ ਜੋਰ ਨਾਲ ਪਿਆਰ ਕਰੋ। ਹਾਂਜੀ ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ, ਇਹ ਗੱਲਾਂ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦੇ ਰਿਹਾ, ਗੱਲਾਂ ਜੋ ਤੁਸੀਂ ਅੱਜ ਸਿੱਖੀਆਂ ਆ, ਇਹ ਗੱਲਾਂ ਜਿਹੜੀਆਂ ਬੱਚਿਆਂ ਨੇ ਸਿੱਖੀਆਂ, ਮਾਤਾ ਨੇ ਸਿੱਖੀਆਂ, ਪਿਤਾ ਨੇ ਸਿੱਖੀਆਂ ਆ। ਹਾਂਜੀ ਇਹ ਗੱਲਾਂ ਦਾ ਹੁਕਮ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਹਾਂਜੀ, ਤੁਹਾਡੇ ਹਿਰਦੇ ਉੱਤੇ ਹੋਣ, ਇਹ ਤੁਹਾਡੇ ਦਿਲਾਂ ਦੇ ਉੱਪਰ ਹੋਣ। ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਇਹ ਮਾਤਾ ਪਿਤਾ ਦੇ ਪ੍ਰਤੀ ਆ, ਇਹ ਮਾਤਾ ਪਿਤਾ ਦੀ ਜ਼ਿੰਮੇਵਾਰੀ ਪੈ ਰਹੀ ਆ ਬੱਚਨ ਦੇ ਦੁਆਰਾ। ਕਹਿੰਦੇ ਇਹ ਗੱਲਾਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਓ। ਜੇ ਮਾਂ-ਬਾਪ ਵੀ ਰੱਬ ਨਾਲ ਪਿਆਰ ਕਰਨ ਵਾਲੇ ਨਹੀਂ ਆ, ਉਹ ਬੱਚਿਆਂ ਨੂੰ ਕੀ ਸਿਖਾਉਣਗੇ? ਪਹਿਲਾ ਮਾਂ-ਬਾਪ ਦੇ ਲਈ ਆ ਕਿ ਤੂੰ ਮੈਨੂੰ ਆਪਣੇ ਪੂਰੀ ਬੁੱਧ ਦੇ ਨਾਲ, ਪੂਰੀ ਸਮਝ ਦੇ ਨਾਲ, ਪੂਰੇ ਜ਼ੋਰ ਦੇ ਨਾਲ ਪਿਆਰ ਕਰ। ਪਰਮੇਸ਼ਵਰ ਦਾ ਵਚਨ ਆ। ਫਿਰ ਕਹਿੰਦੇ ਇਹ ਗੱਲਾਂ ਤੂੰ ਆਪਣੇ ਬੱਚਿਆਂ ਨੂੰ ਵੀ ਸਿਖਾ। ਕੀ ਅਸੀਂ ਸਿਖਾ ਰਹੇ ਹਾਂ? ਅਸੀਂ ਖੁਦ ਧਿਆਨ ਲਗਾਉਣ ਦਾ ਸਾਡੇ ਕੋਲ ਟਾਈਮ ਨਹੀਂ ਆ, ਅਰਦਾਸ ਬੇਨਤੀ ਕਰਨ ਦਾ ਟਾਈਮ ਨਹੀਂ ਆ। ਅਸੀਂ ਬੱਚਿਆਂ ਨੂੰ ਕੀ ਸਿਖਾਵਾਂਗੇ? ਸਾਡੀ ਆਉਣ ਵਾਲੀ ਨਸਲ ਜਿਹੜੀ ਉਹ ਖਰਾਬ ਹੋਏਗੀ, ਆਉਣ ਵਾਲੀ ਫਸਲ ਖਰਾਬ ਹੋਏਗੀ। ਜੇਕਰ ਅਸੀਂ ਧਾਰਮਿਕਤਾ ਦਾ ਮੁਕਟ ਨਹੀਂ ਪੈਰ ਪਾ ਰਹੇ, ਅਗਰ ਧਾਰਮਿਕਤਾ ਨੂੰ ਆਪਣੇ ਉੱਪਰ ਓੜ ਨਹੀਂ ਰਹੇ, ਹਾਲੇਲੂਇਆ, ਆਪਾਂ ਖਾਣਾ ਖਾਣ ਨਹੀਂ ਆਏ, ਆਹ ਖਾਣ ਦੇ ਲਈ ਆਏ ਜੋ ਦੇ ਰਿਹਾ ਤੁਹਾਨੂੰ। ਇਹ ਆਤਮਾ ਦੀ ਖੁਰਾਕ ਆ। ਇਸ ਤੋਂ ਬਾਅਦ ਅਸੀਂ ਸਰੀਰ ਦੀ ਖੁਰਾਕ ਲੈਣੀ ਹੈ, ਜੋ ਬਲੀਆਂ ਦਿੱਤੀਆਂ ਨੇ, ਪਰ ਉਸ ਤੋਂ ਪਹਿਲਾਂ ਆਤਮਾ ਦੀ ਖੁਰਾਕ ਲੈਣੀ ਪੈਣੀ। ਕਿਉਂਕਿ ਆਤਮਾ ਤੁਹਾਡਾ ਨਰੋਇਆ ਹੋਏਗਾ ਤੇ ਸਰੀਰ ਆਪਣੇ ਆਪ ਨਰੋਇਆ ਹੈ। ਦਿਲ ਦਾ ਕੁੜਨਾ ਜਿਹੜਾ ਆ, ਆਤਮਾ ਦਾ ਕੁੜਨਾ ਜਿਹੜਾ ਸਰੀਰ ਨੂੰ ਬਿਮਾਰ ਕਰ ਦਿੰਦਾ ਆ। ਔਰ ਜਿਹੜਾ ਬੰਦਾ ਹੱਸਦਾ ਰਹਿੰਦਾ ਆ, ਖੁਸ਼ ਰਹਿੰਦਾ ਆ, ਪਰਮੇਸ਼ਵਰ ਦੇ ਘਰ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਨੂੰ ਲੈ ਕੇ ਉਹਦੀਆਂ ਹੱਡੀਆਂ ਰਿਸ਼ਟ ਪੁਸ਼ਟ ਰਹਿੰਦੀਆਂ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਕਹਿੰਦਾ ਅੱਜ ਦਾ ਦਿਨ ਯਹੋਵਾ ਨੇ ਬਣਾਇਆ, ਇਹਦੇ ਵਿੱਚ ਮੈਂ ਬਾਗ ਹੋਵਾਂ ਤੇ ਆਨੰਦਿਤ ਹੋਵਾਂ, ਤਾਂ ਜੋ ਮੇਰੀਆਂ ਹੱਡੀਆਂ ਰਿਸ਼ਟ ਪੁਸ਼ਟ ਰਹਿਣ। ਸਾੜਨ ਨਾਲ ਕੁਝ ਨਹੀਂ ਹੋਣਾ, ਖੂਨ ਛੱਡਦਾ ਆ, ਹਾਂ ਕਮਜ਼ੋਰ ਹੁੰਦਾ ਆ ਬੰਦਾ। ਮੈਂ ਕਹਿੰਦਾ ਰੱਬ ਦਾ ਇੱਕ ਬੰਦਾ ਸੀਗਾ, ਫਿਨਿਸ਼ ਕਰਦੇ ਆ, ਪਹਿਲਾਂ ਫਿਨਿਸ਼ ਕਰਦੀ ਆ ਬਾਤ ਜੀ, ਫਿਰ ਮੈਂ ਦੱਸਦਾ। ਹਾਂਜੀ ਪੜ੍ਹੀਏ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਕਹਿੰਦਾ ਇਹ ਗੱਲਾਂ ਜਿਹੜੀਆਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓਗੇ, ਜਿਹੜੀਆਂ ਤੁਸੀਂ ਪ੍ਰਾਪਤ ਕੀਤੀਆਂ ਆ, ਇਹ ਫਿਰ ਤੁਸੀਂ ਆਪਣੇ ਜਦੋਂ ਬੱਚਿਆਂ ਨੂੰ ਸਿਖਾਓਗੇ, ਫਿਰ ਕੀ ਹੋਣਾ ਆ? ਰਾਹ ਤੁਰਦਿਆਂ, ਉੱਠਦਿਆਂ, ਬਹਿੰਦਿਆਂ, ਰਾਹ ਤੁਰਦਿਆਂ, ਲੇਟਦਿਆਂ, ਲੇਟਦਿਆਂ, ਉੱਠਦਿਆਂ, ਉਹਨਾਂ ਦਾ ਚਰਚਾ ਕਰੋ। ਉਹਨਾਂ ਦੀ ਚਰਚਾ ਕਰਦੇ ਰਹਿਣਾ ਬੱਚਿਆਂ ਦੇ ਨਾਲ। ਕਿ ਅਸੀਂ ਪੁੱਛਗਿੱਛ ਕਰਦੇ ਆ ਕਿ ਬੇਟਾ ਕੀ ਤੂੰ ਬਾਈਬਲ ਪੜ੍ਹਿਆ ਅੱਜ? ਬਾਈਬਲ ਦੇ ਵਿੱਚੋਂ ਕੀ ਪੜ੍ਹਿਆ ਆ?
अगर तुसी पुछदे आ बच्चे तू बाइबल पढ़िया हो कहूगा हां ते पुछो उन्होंने की पढ़िया ਤੁਹਾਨੂੰ पता तो लगे बच्चा ध्यान भी लगा रहा है। एक बच्चा पूरा साल किताबा पढ़े और एग्जाम के विच कुछ भी ना लिख के आवे तो फिर फायदा की पढ़ना। कई लोग इतना धार्मिक पढ़ते हैं बाइबल में इतना पढ़ते रोज ही आ पर समझते नहीं ते ओदा पढ़न दा फायदा की है। दवाई हाथ दे विच होवे आराम नहीं आना जब तक अंदर नहीं जानी। किन्ने समझ मारे ये दवाई है साडी आत्मा दी। अगर साडे अंदर नहीं जाऊगा ते सानू आराम नहीं मिलना। ये साडी आदतां नहीं बदलनियां। तुसी क्रिश्चियन लोग भी बहुत तरह के देखे होंगे कि दारू भी पींदे और कई छडाउंदे भी आपां छडाउण वाले आ बोलो हालेलुया। कहंदे तू अपने बच्चों ਨੂੰ ਇਹ ਗੱਲਾਂ ਸਿਖਾ ਅਸੀਂ ਤਾਲੀਮ ਦੇ ਤਾਂ ਜੋ ਉੱਠਦੇ ਬੈਠਦੇ ਸੌਂਦੇ ਲੇਟਦੇ ਦੀ ਚਰਚਾ ਵੀ ਕਰੋ ਫੈਮਿਲੀ ਦੇ ਵਿੱਚ। ਹਾਂਜੀ ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਹਾਂਜੀ ਆਪਣੇ ਹੱਥਾਂ ਉੱਤੇ ਬੰਨੋ। 7 ਨੰਬਰ ਪੰਕਤੀ ਤੱਕ ਹੋ ਗਿਆ। ਹਾਂ ਬਸ ਠੀਕ ਹੈ ਗॉड ਬlesਸ। ਇੱਕ ਕੁਮਾਰ ਦੀ ਗੱਲ ਹੈ ਜਦੋਂ ਤੁਸੀਂ ਬਾਈਬਲ ਨੂੰ ਪੜ੍ਹੋਗੇ ਫਿਰ ਤੁਹਾਨੂੰ ਇਹ ਗੱਲ ਸਮਝ ਆਉਣੀ। एक हिजकिया नाम का बंदा था। की नाम सीगा की नाम सीगा हिजकिया नाम का एक बंदा सीगा। धार्मिक बंदा सीगा रब दा डर रखने वाला बंदा सीगा। अचानक बीमार हो जाता। सुनना बड़े ध्यान से मैनू उम्मीद है कि कुछ समझोगे। अचानक वो बीमार हो जाता। एक रब दे बंदे नूं आवाज आंदी दूसरे बंदे रब दे जिहदा नाम यशाया है ओनू आवाज आंदी रब दी कहते तू मेरे उस बंदे को जा हिजकिया दे कोल वो बीमार हो गया है ओदे कोल जा और ओनू दस भी तू इस बीमारी दे विच मर जाना है भी तू अपनी जिम्मेवारी अपने घराने ते पा दे। और जदों रब दा बंदा ओदे कोल आके ओनू कहंदा भी तू जिस बीमारी दे विच तू इस मर जाना है तू अपने घराने दी जिम्मेवारी पा दे। रब दी आवाज मैनू तेरे प्रति ऐसा आई है। किन्ने समझ पाए जदों ने गल दस दित्ती कि वो धार्मिक बंदा जिहदा नाम हिजकिया है धर्मी लिखिया वो कंध वाल नूं अपना मुंह करके रब दे अगे रो रो के उन्हें अरदास की कहना परमेश्वर कहना याद कर मैं कितना चलिया तेरे नाल नाल कितना मैं नशे तो दूर रहा कितना मैं पाप तो दूर रहा कितना गाला कदम तो दूर रहा कितना बुराई तो दूर रहा कितना लड़ाई झगड़िया तो चुगलियां चकोरियां तो कहना मैं दूर रहा कहना परमेश्वर याद कर। और वाकई उन्हें याद करा देता परमेश्वर। और दूसरा रब का बंदा उन्होंने कहेंगे जा रहा सी वापस बाइबल च लिखा उहदे पिंड चों हले बाहर नहीं गया सी फिर रब की आवाज उन्होंने आई कि वापस उहदे कोल चला जा और उन्होंने दस कि मैं उहदी उम्र च 15 साल वाधा कर दिता है। हालेलुया। मैं इस गल के ऊपर विचार करता हूं कि असीं रब नूं की कहांगे कि प्रभु याद कर कितनियां बोतलां फूक दित्तियां कितनियां सिगरटां दीयां डब्बियां फूक दित्तियां कितनियां चुगलियां कीतियां कितने लड़ाई झगड़े कीते कितनी ईर्षा रखी की याद करावांगे रब। मैं कहना कि असीं की रब नूं याद करावांगे। पवित्र बाइबल च लिखिया धर्मी बंदे दे उत्ते विपता आ जाऊगियां ये नहीं लिखिया कि नहीं आऊगियां ये नहीं कि तुसीं रब दे विच वध रहे ध्यान लगा रहे कि तुसीं बीमार नहीं होना। पवित्र बाइबल च लिखिया धर्मी बंदे दी जिंदगी दे ऊपर विपता परेशानियां आऊगियां पर परमेश्वर अपना हाथ बढ़ा के उन्हें छुड़ा लेगा। बोलो हालेलुया। उन्हें छुड़ा लेगा पर जिहड़ा धर्मी नहीं आ ओदे लिए हाथ कित्थों आवे ओदे लिए बचाव कित्थों आवे ओदे लिए छुटकारा कित्थों आवे। और कहंदा रब नूं कहंदा मैं कहंदा याद कर मैं किदां तेरे नाल नाल चलिया धार्मिकता नूं लेके। और वाकई रब ने याद किया देखिया उहदी पुरानी जिंदगी देखी और किदां नाल नाल चलिया परमेश्वर। और परमेश्वर ने 15 वरे उहदी जिंदगी च वाधा कर दिता। अज असीं की कहांगे मैं इस गल दे उपर बड़ा डीप करना कि असीं रब नूं की मूंह दिखावांगे कि आ गए माफ करके आ गए इच्छावां पूरीआं करके जो दिल नूं चंगा लगदा कि ओह करके आ गए। जदों उपदेशक दा पुस्तक तुसीं पढ़ोगे ते विच लिखिया कहंदा जिद्दां तेरा दिल कहंदा उदां कर कोई दिक्कत नहीं है पर कहंदा याद रखी तेरे चंगे माड़े दा न्याय होना एक दिन। कहंदा हुण तेरा दिल जिद्दां तैनूं कहंदा तूं कर कोई दिक्कत नहीं है पर इन्ना याद रखी तेरे चंगे माड़े दा न्याय होना है।
ਅਸੀਂ ਸਾਰਿਆਂ ਨੇ ਨਿਆਂ ਦੇ ਸਿੰਘਾਸਨ ਦੇ ਅੱਗੇ ਖੜੇ ਹੋਣਾ ਹੈ ਜਦ ਪਰਮੇਸ਼ਵਰ ਨੇ ਚਿੱਠੀ ਖੋਲਣੀ ਆ, ਡਾਇਰੀਆਂ ਖੋਲਣੀਆਂ। ਅਸੀਂ ਜੋ ਕਰਦੇ ਆ ਸਭ ਲਿਖ ਹੁੰਦਾ ਪਿਆ, ਤੁਹਾਨੂੰ ਸ਼ਾਇਦ ਪਤਾ ਨਹੀਂ। ਅਸੀਂ ਅਗਰ ਇੱਥੇ ਬੈਠੇ ਆ ਵੀ ਲਿਖ ਹੋ ਰਿਹਾ ਉਹਦੀ ਹਜ਼ੂਰੀ ਦੇ ਵਿੱਚ। ਅਸੀਂ ਜਦੋਂ ਬਾਹਰ ਜਾਂਦੇ ਆ, ਘਰ ਆਉਂਦੇ ਆ, ਜਿੱਧਰ ਵੀ ਜਾਂਦੇ, ਜੋ ਵੀ ਕਰਦੇ ਆ, ਸਭ ਕੁਝ ਉਹਦੀ ਡਾਇਰੀ 'ਚ ਨੋਟ ਹੁੰਦਾ ਹੈ। ਔਰ ਅਸੀਂ ਨਿਆਂ ਦੇ ਜਦੋਂ ਸਿੰਘਾਸਨ ਦੇ ਸਾਹਮਣੇ ਖੜੇ ਹੋਣਾ, ਉਹ ਸਾਰੀਆਂ ਕਿਤਾਬਾਂ ਖੋਲੀਆਂ ਜਾਣੀਆਂ ਆ। ਫਿਰ ਜਿਹਨੇ ਧਾਰਮਿਕਤਾ ਨੂੰ ਲੈ ਕੇ ਚੱਲੇ ਆ ਉਹ ਸਵਰਗ ਦੇ ਵਿੱਚ, ਜਿਹੜੇ ਆਪਣੇ ਦਿਲ ਦੇ ਅਨੁਸਾਰ ਚੱਲੇ ਆ ਉਹ ਨਰਕ ਦੇ ਵਿੱਚ। ਹਾਲੇਲੂਇਆ। ਮੇਰਾ ਪਰਮੇਸ਼ਵਰ ਬਹੁਤ ਬਰਕਤ ਦੇਵੇ ਅੱਜ ਦੇ ਕਲਾਮ ਦੇ ਬਾਅਦ। ਗॉड ब्लेस।